गुड मॉर्निंग मैम। गुड मॉर्निंग ऑल ऑफ यू। कल बच्चों ने कहा ਸੀਗਾ ਹਾਂਜੀ ਹਾਂਜੀ ਗੁੱਡ ਮਾਰਨਿੰਗ। ਸੋ ਬੱਚਿਆਂ ਨੇ ਕੱਲ ਕਿਹਾ ਸੀ ਕਿ ਸਾਨੂੰ ਮੈਪ ਕਰਵਾਇਆ ਜਾਵੇ, ਠੀਕ ਆ। ਸੋ ਆਪਾਂ ਮੈਪ ਹੀ ਕਰਾਂਗੇ ਅੱਜ, ਠੀਕ ਆ। ਮੈਪ ਦੇ ਵਿੱਚ ਪਹਿਲਾਂ ਕੁਝ ਡਾਇਰੈਕਸ਼ਨਸ, ਕੁਝ ਵੋਕੈਬਲਰੀ ਜੋ ਮੇਨ ਹੈ ਉਹ ਆਪਾਂ ਕਰਾਂਗੇ, ਠੀਕ ਆ। ਕਿਉਂਕਿ ਇੱਕ ਸਟੂਡੈਂਟ ਦਾ ਸਪੀਕਿੰਗ ਦਾ ਐਗਜ਼ਾਮ ਹੋ ਚੁੱਕਿਆ ਹੈ, ਉਹਦਾ ਐਗਜ਼ਾਮ ਹੈ। ਸੋ ਉਹਨਾਂ ਨੇ ਕਿਹਾ ਸੀ ਇੱਕ ਹੈਡਿੰਗਸ ਕਰਵਾਉਣ ਦੇ ਲਈ ਰੀਡਿੰਗ ਦੇ, ਔਰ ਇੱਕ ਰੀਡਿੰਗ ਦੇ ਲਈ ਲਿਸਨਿੰਗ ਦੇ ਕਿਹਾ ਸੀ ਮੈਪ। ਸੋ ਆਪਾਂ ਮੈਪ ਦੇ ਪਹਿਲਾਂ ਕੁਝ ਕੁਐਸਚਨਸ ਪਹਿਲਾਂ ਕੁਝ ਵੋਕੈਬ, ਕੁਝ ਸਟੈਪਸ ਸਿੱਖਦੇ ਹਾਂ, ਉਸ ਤੋਂ ਬਾਅਦ ਪ੍ਰੈਕਟਿਸ ਕਰਾਂਗੇ ਮੈਪ ਦੀ, ਠੀਕ ਹੈ। ਧਿਆਨ ਨਾਲ ਬੜਾ ਸੁਣਿਓ, ਸਾਰੇ ਜਣੇ ਐਕਟਿਵ ਹੋ ਗਏ। ਜੇ ਤੁਹਾਨੂੰ ਲੱਗਿਆ ਕਿ ਕੁਝ ਰਾਈਟ ਡਾਊਨ ਕਰਨਾ ਤਾਂ ਨਾਲ ਦੀ ਨਾਲ ਰਾਈਟ ਡਾਊਨ ਵੀ ਕਰਦੇ ਜਾਇਓ, ਠੀਕ ਆ। ਸੋ ਹੁਣ ਇਹ ਹੈਗਾ ਕਹਿੰਦੇ ਟਿਪਸ ਫॉर ਮੈਪ ਡਾਇਗਰਾਮ ਆਇਲਸ ਕੁਐਸਚਨਸ। ਫਸਟ ਇਜ਼ ਵੋਕੈਬਲਰੀ ਫॉर ਮੈਪ। ਫਸਟ ਮੇਨ ਕੀ ਹੈ, ਕਿਉਂਕਿ ਬੱਚਿਆਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਬਿਹਾਈਂਡ ਦਾ ਮਤਲਬ ਕੀ ਹੁੰਦਾ ਹੈ, ਬਿਯੋਂਡ ਦਾ ਮਤਲਬ ਕੀ ਹੁੰਦਾ ਹੈ, ਠੀਕ ਹੈ। ਫੇਸਿੰਗ ਦਾ ਮਤਲਬ ਕੀ ਹੁੰਦਾ ਹੈ, ਫਰੰਟ ਆਫ ਦਾ ਮਤਲਬ ਕੀ ਹੁੰਦਾ ਹੈ। ਸੋ ਕਹਿੰਦੇ ਲੋਕੇਸ਼ਨ ਵੇਅਰ ਸਮਥਿੰਗ ਇਜ਼ ਇਨ ਰਿਲੇਸ਼ਨ ਟੂ ਅਨਦਰ ਆਬਜੈਕਟ ਔਰ ਪਲੇਸ। ਡਾਇਰੈਕਸ਼ਨ ਕੀ ਹੁੰਦੀ ਆ, ਜਦੋਂ ਕੋਈ ਪੋਜੀਸ਼ਨ ਹੋਵੇ ਟੁਵਰਡਸ ਸਮਵਨ ਮੂਵਸ ਔਰ ਫੇਸਿਸ। ਹੁਣ ਲੋਕੇਸ਼ਨ ਤੇ ਡਾਇਰੈਕਸ਼ਨ ਦੇ ਵਿੱਚ ਵੀ ਕੀ ਹੈ, ਡਿਫਰੈਂਸ ਹੈ, ਠੀਕ ਹੈ। ਉਹ ਕੀ डिफरेंस है उन्होंने क्लियरली दस दिता। म्यूट करवा दो। हाँ जी हाँ जी म्यूट करवा रही हूँ। सो उन्होंने की किया, कहते लोकेशन की हुंदी आ जदों तुसी किसी अनदर प्लेस या अनदर ऑब्जेक्ट, मैं कहा मैनू उस स्टोर दी लोकेशन पता है ना, तब मतलब कि किसी प्लेस दी लोकेशन पता है। डायरेक्शन हुंदी है पोजीशन, डायरेक्ट कर रहे हैं आपां किसी नू, पोजीशन टुवर्ड्स विच समवन मूव्स और फेसिस। कोई पर्सन किते खड़ा है, उन्हें मैं फोन ते लोकेशन दस रही हूं कि तू इधर नू मूव कर, इधर नू मूव कर, वो हुंदी है डायरेक्शन, ठीक है। ਹੁਣ ਕੀ ਹੈ ਇਹਦੇ ਵਿੱਚ ਕੁਝ ਕਾਮਨ ਵੋਕੈਬਲਰੀ ਵਰਡਸ ਨੇ, ਠੀਕ ਆ। ਲੋਕੇਸ਼ਨ ਦੇ ਲਈ ਜੋ ਵਰਡਸ ਯੂਜ਼ ਹੁੰਦੇ ਆ, ਨੀਅਰ ਦਾ ਮਤਲਬ ਹੁੰਦਾ ਬਿਲਕੁਲ ਨਜ਼ਦੀਕ। ਇਨ ਫਰੰਟ ਆਫ, ਜੋ ਬਿਲਕੁਲ ਤੁਹਾਡੇ ਫੇਸ ਨੂੰ ਫਰੰਟ ਕਰੇ, ਅੱਗੇ ਦੀ ਸਾਈਡ ਹੋਵੇ। ਨੈਕਸਟ ਟੂ, ਠੀਕ ਹੈ, ਅੱਗੇ। ਫਰੰਟ ਮਤਲਬ ਕੇ ਫੇਸ ਵਾਲੀ ਸਾਈਡ, ਨੈਕਸਟ ਉਸ ਤੋਂ ਅੱਗੇ। ਬਿਸਾਈਡ ਕੀ ਹੁੰਦਾ, ਨਾਲ, ਬਿਲਕੁਲ ਕਲੋਜ਼, ਹਨਾ। ਅਕ੍ਰੋਸ ਫਰੋਮ, ਉਹ ਚੀਜ਼ ਨੂੰ ਕ੍ਰੋਸ ਕਰਕੇ, ਕੋਈ ਰੋਡ ਹੈ ਉਹਨੂੰ ਅਕ੍ਰੋਸ ਫਰੋਮ, ਉਹਨੂੰ ਕ੍ਰੋਸ ਕਰਕੇ ਉਹ ਚੀਜ਼ ਨੂੰ ਆਪਾਂ ਕਹਿ ਰਹੇ ਹਾਂ, ਠੀਕ ਹੈ। ਨੈਕਸਟ ਹੈ ਬਿਟਵੀਨ ਮਤਲਬ ਕਿ ਉਹਨੇ ਕਹਿਤਾ ਕਿ ਦੋ ਚੀਜ਼ਾਂ ਹੈ, ਜਿਵੇਂ ਆਪਾਂ ਟਾਈਮ ਕਹਿ ਦਿੰਦੇ ਆ ਵੀ 11 ਤੇ 12 ਦੇ ਵਿੱਚ, ਉਹ ਜਿਹੜਾ ਵਿੱਚ ਵਾਲਾ ਰਹਿ ਗਿਆ ਉਹ ਬਿਟਵੀਨ ਆ ਜਾਂਦਾ ਹੈ, ਠੀਕ ਹੈ। ਫॉर एग्जांपल ਉਹਨਾਂ ਨੇ ਦੋ ਪਲੇਸਿਸ ਕਿਹਾ, ਫॉर एग्जांपल ਆਪਾਂ ਹੀ ਲੈ ਕੇ ਚੱਲੇ, ਮੈਂ ਕਿਹਾ ਪਟਿਆਲਾ, ਠੀਕ ਹੈ, ਬਿਟਵੀਨ ਕੋਈ ਮੈਂ ਹੋਰ ਪਲੇਸ ਦੱਸਦੀ ਚੰਡੀਗੜ੍ਹ। ਜਿਹੜਾ ਬਿਟਵੀਨ ਵਾਲਾ ਹੈ ਉਹ ਤੁਹਾਡਾ ਆਨਸਰ ਦੱਸਿਆ ਜਾਊਗਾ, ਜਿਹੜੀ ਵਿਚਾਲੇ ਜਗ੍ਹਾ ਹੈ, ਠੀਕ ਹੈ। ਸੋ ਨੈਕਸਟ ਹੈ ਕਾਮਨ ਵੋਕੈਬਲਰੀ ਫॉर ਡਾਇਰੈਕਸ਼ਨ ਦੇ ਲਈ ਹੁਣ ਮੋਸਟਲੀ ਯੂਜ਼ ਹੁੰਦੇ ਆ ਟਰਨ ਰਾਈਟ ਮਤਲਬ ਕਿ ਤੁਹਾਡੇ ਰਾਈਟ ਸਾਈਡ ਤੇ, ਟਰਨ ਲੈਫਟ ਸਾਈਡ ਤੇ, ਗੋ ਸਟ੍ਰੇਟ ਸਿੱਧਾ, ਟਰੈਵਲ ਨਾਰਥ ਵੈਸਟ। ਹੁਣ ਨਾਰਥ ਵੈਸਟ, ਸਾਊਥ ਵੈਸਟ, ਈਸਟ ਵੈਸਟ ਇਹ ਤੁਹਾਨੂੰ ਤਾਂ ਪਤਾ ਹੋਣਗੇ ਜੇ ਤੁਹਾਨੂੰ ਮੈਪ ਦੀ ਡਾਇਰੈਕਸ਼ਨ ਪਤਾ ਹੈ। ਮੈਪ ਦੇ ਵਿੱਚ ਕੀ ਹੁੰਦਾ ਹੈ, ਨਾਰਥ ਬਿਲਕੁਲ ਅਬਵ ਤੇ ਹੁੰਦਾ ਹੈ, ਸਾਊਥ ਉਹਦੇ ਨੀਚੇ ਹੁੰਦਾ ਹੈ, ਈਸਟ ਰਾਈਟ ਸਾਈਡ ਤੇ ਹੁੰਦਾ ਹੈ, ਵੈਸਟ ਕਿਸ ਸਾਈਡ ਤੇ ਹੁੰਦਾ ਹੈ, ਲੈਫਟ ਸਾਈਡ, ਠੀਕ ਹੈ। ਨਾਰਥ ਟੌਪ ਤੇ, ਬਾਟਮ ਤੇ ਹੁੰਦਾ ਹੈ ਸਾਊਥ, ਈਸਟ ਹੁੰਦਾ ਹੈ ਜੀ ਤੁਹਾਡੇ ਰਾਈਟ ਤੇ, ਲੈਫਟ ਤੇ ਹੁੰਦਾ ਵੈਸਟ, ਠੀਕ ਹੈ। ਸੋ ਹੁਣ ਨਾਰਥ ਵੈਸਟ ਕੀ ਜਿਹੜਾ ਹੋ ਗਿਆ, ਜੇ ਉੱਪਰ ਟਾਪ ਤੇ ਨਾਰਥ ਹੈ, ਠੀਕ ਹੈ, ਇਸ ਸਾਈਡ ਈਸਟ ਆ ਗਿਆ ਤਾਂ ਆਹ ਵਾਲਾ ਕਾਰਨਰ ਰਹਿ ਗਿਆ ਜਿਹੜਾ, ਠੀਕ ਹੈ। ਇੱਕ ਲਾਈਨ ਹੈ ਜਿਵੇਂ, ਠੀਕ ਆ, ਫॉर एग्जांपल ਆ ਦੇਖੋ, ਆ ਬਣਿਆ ਹੋਇਆ ਨਾਰਥ ਸਾਊਥ ਈਸਟ ਵੈਸਟ, ਠੀਕ ਹੈ। ਹੁਣ ਨਾਰਥ ਵੈਸਟ ਕਿਹੜਾ ਕਾਰਨਰ ਆ ਗਿਆ, ਆਹ ਵਾਲਾ, ਠੀਕ ਹੈ। ਤੇ ਨਾਰਥ ਈਸਟ ਉਹਨਾਂ ਨੇ ਕਹਿਤਾ ਤਾਂ ਆਹ ਵਾਲਾ, ਸਾਊਥ ਈਸਟ कहता ਤਾਂ ਇਹ ਵਾਲਾ ਕਾਰਨਰ, ਸਾਊਥ ਵੈਸਟ ਆ ਗਿਆ ਤਾਂ ਇਹ ਵਾਲਾ। ਇਹ ਜਦੋਂ ਬਣਾਓਗੇ ਨਾ ਆਪਣੇ ਹੈਂਡ ਨਾਲ ਫੇਰ ਹੀ ਲੋਕੇਸ਼ਨਸ ਕਲੀਅਰ ਹੋਣਗੀਆਂ। ਹੁਣ ਉਹਨਾਂ ਨੇ ਕੀ ਕਿਹਾ ਇਹਦੇ ਵਿੱਚ, ਕਹਿੰਦੇ ਗੋ ਪਾਸਟ ਦਾ ਮਤਲਬ ਮੈਂ ਕੱਲ ਪਰਸੋਂ ਹੀ ਦੱਸਿਆ ਸੀ ਜਦੋਂ ਮੈਂ ਟਾਈਮਿੰਗ ਦੱਸ ਰਹੀ ਸੀ। ਪਾਸਟ मैम ਉੱਥੇ ਤੁਸੀਂ कैसे बीत चुका ਹੁੰਦਾ ਵਾ, ਬੀਤ ਚੁੱਕਿਆ ਹੁੰਦਾ। ਪਾਸਟ ਦਾ ਮਤਲਬ ਤਾਂ ਇਹੀ ਹੁੰਦਾ ਹੈ ਗੋ ਪਾਸਟ, ਬਟ ਇਹਨਾਂ ਨੇ ਇੱਥੇ ਲਿਖਤਾ ਜਸਟ ਕਹਿੰਦੇ ਗੋ ਪਾਸਟ।
ਹੁਣ ਇਹਦਾ ਮੀਨਿੰਗ ਕੀ ਬਣ ਗਿਆ, ਗੋ ਹੁੰਦਾ ਜਾਣਾ, ਪਾਸਟ ਦਾ ਮਤਲਬ ਹੁੰਦਾ ਹੈ ਕਿ ਜੋ ਟਾਈਮ ਨਿਕਲ ਚੁੱਕਿਆ ਹੈ, ਠੀਕ ਹੈ। ਸੋ ਆਪਾਂ ਇੱਥੇ ਵਰਡ ਯੂਜ਼ ਕਰਦੇ ਆ ਗੋ ਪਾਸਟ ਦੇ ਲਈ। 1 ਮਿੰਟ, ਇੱਕ ਸਟੂਡੈਂਟ ਨੂੰ ਜੁਆਇਨ ਹੋ ਜਾਣ ਦਿਓ। ਸੋ ਗੋ ਪਾਸਟ ਜਿਹੜਾ ਹੈ ਮਤਲਬ ਕਿ ਪਿੱਛੇ ਜਾਣ ਦੇ ਲਈ ਯੂਜ਼ ਕਰਦੇ ਆ। ਜੇ ਇੱਥੇ ਤੁਹਾਨੂੰ ਲਿਸਨਿੰਗ ਦੇ ਵਿੱਚ ਕਿਤੇ ਵਰਡਿੰਗ ਯੂਜ਼ ਹੁੰਦੀ ਹੈ ਗੋ ਪਾਸਟ, ਤਾਂ ਪਿੱਛੇ ਜਾਣਾ। ਪਾਸਟ ਦਾ ਮਤਲਬ ਹੁੰਦਾ ਪਿਛਲਾ ਸਮਾਂ, ਗੋ ਜਾਣਾ ਮਤਲਬ ਕਿ ਬੈਕ ਜਾਣਾ ਹੈ। ਅਗਰ ਲਿਸਨਿੰਗ 'ਚ ਕਿਤੇ ਵਰਡਿੰਗ ਯੂਜ਼ ਹੋ ਰਿਹਾ ਗੋ ਪਾਸਟ, ਧਿਆਨ ਰੱਖਿਓ ਉਹਦਾ ਮਤਲਬ ਹੁੰਦਾ ਪਿੱਛੇ ਜਾਣਾ, ਠੀਕ ਹੈ, ਨਾ ਕਿ ਅੱਗੇ ਜਾਣਾ। ਜੋ ਬੀਤ ਚੁੱਕਿਆ ਹੈ ਉਸੇ ਦੀ ਗੱਲ ਹੋ ਰਹੀ ਹੈ। ਫਿਰ ਉਹ ਕਹਿੰਦੇ ਬਿਲੋ ਯੂ ਵਿਲ ਫਾਈਂਡ ਅ ਲਿਸਟ ਆਫ ਵੋਕੈਬਲਰੀ ਕਾਮਨ ਯੂਜ਼ਡ ਇਨ ਮੈਪ। ਹੁਣ ਮੈਂ ਜਿਹੜੀ ਵੋਕੈਬ ਕਰਾਉਣੀ ਆ ਮੋਸਟਲੀ ਮੈਪ ਦੇ ਵਿੱਚ ਹੀ ਯੂਜ਼ ਹੁੰਦੀ ਆ। ਫਸਟ ਸੈਟ ਕੀ ਕਹਿ ਰਿਹਾ ਹੈ, ਫੇਸਿੰਗ, ਕੋਈ ਚੀਜ਼ ਨੂੰ ਫੇਸ ਕਰ ਰਹੇ ਹੋ। ਜੇ ਉਹਨਾਂ ਨੇ ਕਿਹਾ ਫਰੰਟ ਫੇਸਿੰਗ, ਫਰੰਟ ਵਾਲੀ ਸਾਈਡ, ਬੈਕ ਫੇਸਿੰਗ, ਬੈਕ ਸਾਈਡ, ਸਾਈਡ ਫੇਸਿੰਗ ਕਲੀਅਰ ਕਰਨਗੇ, ਰਾਈਟ ਸਾਈਡ ਫੇਸਿੰਗ ਆ, ਲੈਫਟ ਸਾਈਡ ਫੇਸਿੰਗ ਆ। ਮਿਡਲ ਹੋ ਗਿਆ ਬਿਲਕੁਲ ਸੈਂਟਰ 'ਚ। ਸੈਂਟਰ ਫॉर एग्जांपल ਇਹਦਾ ਸੈਂਟਰ ਜੇ ਆਪਾਂ ਗੱਲ ਕਰੀਏ ਨਾਰਥ, ਆਹ ਵਾਲਾ ਸੈਂਟਰ ਬਣੂਗਾ ਮੈਪ ਦਾ, ਆਹ ਵਾਲਾ ਪੁਆਇੰਟ ਹੈ ਜਿਹੜਾ ਇਹ ਸੈਂਟਰ ਬਣ ਗਿਆ। ਫਿਰ ਉਹਨਾਂ ਨੇ ਕਿਹਾ ਹੈ ਬਿਹਾਈਂਡ, ਬਿਹਾਈਂਡ ਹੁੰਦਾ ਪਿੱਛੇ, ਬਿਸਾਈਡ ਹੁੰਦਾ ਨਾਲ ਨਾਲ, ਬਿਹਾਈਂਡ ਹੁੰਦਾ ਪਿੱਛੇ, ਬਿਟਵੀਨ ਸੈਂਟਰ 'ਚ ਹੀ ਆ ਜਾਂਦਾ ਹੈ। 2 ਪਲੇਸਿਸ ਦੱਸਦੇ ਆ ਉਹਦੇ, ਮਿਡਲ ਵਾਲੀ ਜਿਹੜੀ ਟਰਮ ਆ ਗਈ। ਨੈਕਸਟ ਟੂ ਜਾਂ ਨੈਕਸਟ ਬਾਏ ਦਾ ਮਤਲਬ ਵੀ ਨੈਕਸਟ ਹੁੰਦਾ, ਇਨ ਫਰੰਟ ਆਫ। ਹੁਣ ਇਹ ਤੁਹਾਨੂੰ ਹੋਰ ਜ਼ਿਆਦਾ ਕਲੀਅਰ ਹੋਊਗਾ। ਕਿੱਦਾਂ ਕਲੀਅਰ ਹੋਊਗਾ, ਆ ਪਿਕਚਰ ਦੇ ਨਾਲ ਮੈਂ ਕਲੀਅਰ ਕਰਦੀ ਹਾਂ। 1 ਮਿੰਟ, ਸਾਰੇ ਹੀ ਪੁਆਇੰਟਸ ਪਿਕਚਰ ਦੇ ਨਾਲ ਕਲੀਅਰ ਹੋ ਜਾਣਗੇ। ਕਹਿੰਦੇ ਦਾ ਐਂਟਰੈਂਸ ਇਜ਼ ਇਨ ਫਰੰਟ ਆਫ ਦਾ ਰਿਸੈਪਸ਼ਨ ਡੈਸਕ। ਜਿਹੜੀ ਐਂਟਰੈਂਸ ਆ ਵਾਲੀ ਆ, ਉਹ ਰਿਸੈਪਸ਼ਨ ਦੇ ਬਿਲਕੁਲ ਹੀ ਫਰੰਟ ਤੇ ਹੈ। ਆ ਰਿਸੈਪਸ਼ਨ ਹੋ ਗਈ, ਆ ਐਂਟਰੈਂਸ ਹੋ ਗਈ, ਇਹਦੇ ਫਰੰਟ ਤੇ ਆ ਗਿਆ। ਫਿਰ ਕਹਿੰਦੇ ਰਿਸੈਪਸ਼ਨ ਡੈਸਕ ਇਜ਼ ਫੇਸਿੰਗ ਦਾ ਐਂਟਰੈਂਸ। ਰਿਸੈਪਸ਼ਨ ਡੈਸਕ ਕਹਿੰਦੇ ਫੇਸ ਕੀ ਕਰ ਰਿਹਾ, ਐਂਟਰੈਂਸ, ਠੀਕ ਆ, ਇਹ ਫੇਸਿੰਗ ਹੋ ਗਿਆ। ਨੈਕਸਟ ਦਾ ਪੂਲ ਇਜ਼ ਇਨ ਦਾ ਸੈਂਟਰ ਔਰ ਮਿਡਲ। ਸੋ ਸੈਂਟਰ ਦੇ ਵਿੱਚ ਕਹਿੰਦੇ ਕੀ ਆ, ਪੂਲ ਹੈ। ਬਹੁਤ ਹੈਲਪਫੁਲ ਹੋਊਗਾ, ਧਿਆਨ ਨਾਲ ਸੁਣ ਲਓ ਸਾਰੇ ਜਾਣੇ, ਠੀਕ ਹੈ। ਐਂਡ ਨੈਕਸਟ, ਜੇ ਹੋ ਸਕਿਆ ਤਾਂ ਇਹ ਫਾਈਲ ਮੈਂ ਉਹਦੇ ਵਿੱਚ ਵੀ ਪਾ ਦੂੰਗੀ, ਟੈਲੀਗ੍ਰਾਮ 'ਚ ਵੀ, ਤਾਂ ਤੁਹਾਨੂੰ ਹੋਰ ਈਜ਼ੀ ਹੋ ਜਾਊਗਾ ਉੱਥੋਂ। ਹਾਂਜੀ ਮੈਮ, ਪਾ ਦੇਣਾ ਪਲੀਜ਼। ਠੀਕ ਹੈ। ਸੋ ਕਹਿੰਦੇ ਦਾ ਜਿਮ ਇਜ਼ ਬਿਹਾਈਂਡ ਦਾ ਸਵਿਮਿੰਗ ਪੂਲ। ਜਿਹੜਾ ਜਿਮ ਹੈ ਕਹਿੰਦੇ ਬਿਹਾਈਂਡ ਆ ਸਵਿਮਿੰਗ ਪੂਲ ਤੋਂ। ਸਵਿਮਿੰਗ ਪੂਲ ਕਿੱਥੇ ਆ ਹੈ, ਜਿਮ ਇਹ ਤੋਂ ਪਿੱਛੇ ਆ, ਬਿਹਾਈਂਡ। ਅੱਗੇ ਤਾਂ ਆਹ ਵਾਲੀ ਸਾਈਡ ਹੋ ਗਈ ਨਾ, ਕਿਉਂਕਿ ਐਂਟਰੈਂਸ ਆਹ ਹੈ, ਆ ਬਿਹਾਈਂਡ ਹੋ ਗਿਆ। ਹੁਣ ਬੈਕ ਨਹੀਂ ਯੂਜ਼ ਕਰਦੇ, ਯੂਜ਼ ਕਰਦੇ ਉਹ ਮੋਸਟਲੀ ਬਿਹਾਈਂਡ। ਸੋ ਨੈਕਸਟ ਹੈ ਕਹਿੰਦੇ ਦਾ ਪੂਲ ਇਜ਼ ਬਿਟਵੀਨ ਦਾ ਰਿਸੈਪਸ਼ਨ ਐਂਡ ਦਾ ਜਿਮ। ਕਿਹਦੇ ਵਿਚਕਾਰ ਹੈ, ਰਿਸੈਪਸ਼ਨ ਤੇ ਜਿਮ ਦੇ ਵਿਚਕਾਰ ਹੈ। ਸੋ ਰਿਸੈਪਸ਼ਨ ਆ ਹੋਗੀ, ਆ ਜਿਮ ਹੋ ਗਈ। ਆ ਪੂਲ ਕੀ ਆ ਗਿਆ, ਮੈਂ ਪਹਿਲਾਂ ਹੀ ਦੱਸਿਆ ਬਿਟਵੀਨ ਕਿਹੜੀ ਚੀਜ਼ ਹੁੰਦੀ ਹੈ, ਜੋ ਮਿਡਲ ਦੇ ਵਿੱਚ ਹੋਵੇ, ਠੀਕ ਆ। ਸੋ ਬਿਟਵੀਨ ਹੋ ਗਿਆ ਆ ਵਾਲੀ। ਹੁਣ ਉਹਨੇ ਕਿਹਾ ਵੀ ਜਿਮ ਤੇ ਰਿਸੈਪਸ਼ਨ ਦੇ ਬਿਟਵੀਨ ਆ, ਉਹ ਕੀ ਹੈ, ਆਪਣਾ ਪੂਲ ਹੈ। ਨੈਕਸਟ ਹੈ ਸੀਟਿੰਗ ਏਰੀਆ ਇਜ਼ ਨੈਕਸਟ ਟੂ ਦਾ ਪੂਲ। ਜਿਹੜਾ ਸੀਟਿੰਗ ਏਰੀਆ ਹੈ ਉਹ ਨੈਕਸਟ ਟੂ ਦਾ ਪੂਲ ਹੈ। ਪੂਲ ਆ ਹੋ ਗਿਆ। ਹੁਣ ਬੱਚੇ ਕੀ ਕਰਦੇ ਆ, ਉਹ ਸੀਟਿੰਗ ਏਰੀਆ ਦੇਖਦੇ ਰਹਿੰਦੇ, ਉਹਨਾਂ ਨੂੰ ਐ ਨਹੀਂ ਪਤਾ ਲੱਗਦਾ, ਉਹਨਾਂ ਨੇ ਪੂਲ ਤੋਂ ਨੈਕਸਟ ਕਿਹਾ। ਸੀਟਿੰਗ ਏਰੀਆ ਇਜ਼ ਨੈਕਸਟ ਟੂ ਦਾ ਪੂਲ, ਤਾਂ ਜਿਹੜਾ ਆਂਸਰ ਹੈ ਉਹ ਆ ਲੱਗੇਗਾ, ਨਾ ਕਿ ਆਹ ਲੱਗੇਗਾ। ਉਹ ਪੂਲ ਸਮਝ ਜਾਂਦੇ ਆਂਸਰ। ਉਹਨਾਂ ਨੇ ਤਾਂ ਇਵਨ ਇਹ ਕਿਹਾ ਕਿ ਸੀਟਿੰਗ ਏਰੀਆ ਇਜ਼ ਨੈਕਸਟ ਟੂ ਦਾ ਪੂਲ। ਫਿਰ ਸੀਟਿੰਗ ਏਰੀਆ ਤਾਂ ਆਹ ਵਾਲਾ ਬਣਿਆ ਨਾ। ਬਹੁਤ ਜ਼ਰੂਰੀ ਔਰ ਬਹੁਤ ਹੈਲਪਫੁਲ ਪੁਆਇੰਟ ਨੇ। ਹਾਂਜੀ ਮੈਮ, ਇੱਥੇ ਤਾਂ ਸੀਟਿੰਗ ਏਰੀਆ ਲਿਖਿਆ ਹੋਇਆ ਆ, ਉੱਥੇ ਕੀ ਕਈ ਵਾਰ ਹੁੰਦਾ ਆ ਲਾਈਕ ਏਦਾਂ ਹੀ ਨਾ, ਮਤਲਬ ਬਣਾਏ ਹੋਣਗੇ ਲੋਕੇਸ਼ਨਸ, ਜਿੱਦਾਂ ਸੈਂਟਰ 'ਚ ਪੂਲ ਦੇਤਾ ਤਾਂ ਨੈਕਸਟ ਟੂ ਕਰਤਾ, ਆਪਾਂ ਕਿਹੜੀ ਸਾਈਡ ਜਾਵਾਂਗੇ, ਫਿਰ ਰਾਈਟ ਸਾਈਡ ਜਾਵਾਂਗੇ ਜਾਂ ਰਾਈਟ। ਓਕੇ, ਠੀਕ ਆ। ਉਹ ਅਗਰ ਅਪਵਰਡ ਕਹਿਣਗੇ ਤਾਂ ਉਹ ਗੋ ਸਟ੍ਰੇਟ ਕਹਿਣਗੇ, ਗੋ ਸਟ੍ਰੇਟ, ਓਕੇ, ਠੀਕ ਆ। ਜੇ ਤਾਂ ਉਹਨਾਂ ਨੈਕਸਟ ਟੂ ਕਿਹਾ ਜਾਂਦਾ ਤਾਂ ਆਪਾਂ ਮੋਸਟਲੀ ਰਾਈਟ ਸਾਈਡ ਹੀ ਜਾਂਦੇ ਆ। ਜੇ ਉਹਨਾਂ ਨੇ ਸਟ੍ਰੇਟ ਮੈਂਸ਼ਨ ਕੀਤਾ ਤਾਂ ਆਪਾਂ ਸਿੱਧੇ ਜਾਵਾਂਗੇ, ਠੀਕ ਹੈ। ਸੋ ਨੈਕਸਟ ਇਹ ਇੱਕ ਸੈੱਟ ਹੋ ਗਿਆ, ਠੀਕ ਹੈ, ਜਿਸ ਦੇ ਵਿੱਚ ਆਪਾਂ ਆਹ ਵਰਡਸ ਸਿੱਖੇ। ਫੇਸਿੰਗ ਕੀ ਹੁੰਦਾ, ਮਿਡਲ ਕੀ ਹੁੰਦਾ, ਬਿਹਾਈਂਡ ਕੀ ਹੁੰਦਾ, ਬਿਟਵੀਨ, ਨੈਕਸਟ ਟੂ, ਇਨ ਫਰੰਟ ਆਫ। ਸੈਕੰਡ ਸਟੇਜ ਕੀ ਹੈ, ਕਹਿੰਦੇ ਲੈਫਟ ਹੈਂਡ ਸਾਈਡ, ਆਪਾਂ ਨੂੰ ਸਭ ਨੂੰ ਪਤਾ ਹੈ। ਰਾਈਟ ਹੈਂਡ ਸਾਈਡ, ਟਰਨ ਰਾਈਟ, ਰਾਈਟ ਮੁੜਨਾ, ਟੂ ਯੋਰ ਰਾਈਟ। ਟੂ ਯੋਰ ਰਾਈਟ ਕੀ ਹੁੰਦਾ, ਤੁਹਾਡਾ ਰਾਈਟ। ਕਈ ਵਾਰ ਨਾ ਉਹ ਕਹਿੰਦੇ ਵੀ ਆਡੀਓ ਜੋ ਸਪੀਕਰ ਹੁੰਦਾ ਉਸਦਾ ਰਾਈਟ ਦੀ ਗੱਲ ਕਰਦੇ ਹੁੰਦੇ ਆ, ਠੀਕ ਹੈ। ਹੁਣ ਇਹ ਮੈਂ ਤੁਹਾਨੂੰ ਕਲੀਅਰ ਕਰੂੰਗੀ ਇਹ ਵੀ। ਪਾਸ ਥਰੂ, ਠੀਕ ਹੈ, ਔਨ ਦਾ ਅਦਰ ਸਾਈਡ, ਬਿਯੋਂਡ, ਅਲੋਂਗ, ਕਾਰਨਰ, ਗੋ ਸਟ੍ਰੇਟ, ਬਿਸਾਈਡ, ਠੀਕ ਹੈ। ਹੁਣ ਇਹ ਅਲੱਗ ਵਰਡਸ ਆ ਗਏ। ਅਗੇਨ ਆਪਾਂ ਪਿਕਚਰ ਦੇ ਨਾਲ ਕਲੀਅਰ ਕਰਾਂਗੇ ਇਹ, ਕਿਉਂਕਿ ਏਦਾਂ ਬਿਯੋਂਡ ਦਾ ਮਤਲਬ ਕੀ ਹੁੰਦਾ ਮੈਮ? ਹਾਂਜੀ ਮੈਂ ਦੱਸਦੀ ਹਾਂ, ਸਾਰੇ ਪਿਕਚਰ ਦੇ ਨਾਲ ਕਲੀਅਰ ਹੋ ਜਾਣੇ।
देखो फर्स्ट है कहते द स्पोर्ट्स शॉप इज ऑन द लेफ्ट हैंड साइड एज यू एंटर द स्पोर्ट्स सेंटर। आ एंट्री आ ठीक है, ਜਿਹੜੀ ਸਪੋਰਟਸ ਸੈਂਟਰ ਹੈ ਕਹਿੰਦੇ ਉਹ ਕੀ ਹੈ ਲੈਫਟ ਤੇ ਆ। ਸੋ ਲੈਫਟ ਕੀ ਹੋ ਗਿਆ ਆਹੀ ਆ ਸਪੋਰਟਸ ਸ਼ਾਪ ਲਿਖਿਆ ਉਹਨਾਂ ਨੇ ਇੱਥੇ ਠੀਕ ਹੈ। ਹਾਂਜੀ Good morning, ma'am. Good morning. Yes, to be only like today. I have a question, ma'am, because I'm at work. Is this a recorded video? yes yes sure it's a recording Okay, recorded is it lecture recorded lecture, but can I get it like maybe can I join it later? your voice is not audible your voice is not audible मैम मैं दोबारा ज्वाइन कर सकती हूँ जैसे अगर ये रिकॉर्डेड वीडियो तो मैं दोबारा देख सकती हूँ इसको हाँ बिकॉज आई एम एट वर्क नाउ। नो प्रॉब्लम आप दोबारा कितनी मर्जी बार सुन सकते हो ओनली यू सेंड मी योर ईमेल आईडी सो आई विल सेंड द रिकॉर्डेड लेक्चर ऑन योर ईमेल। मैम मतलब एवरी स्टूडेंट ਨੂੰ ਵੀ ਸੈਂਡ ਕਰਦੇ ਐਵਰੀ ਸਟੂਡੈਂਟ ਨੂੰ ਕਰ ਦਿੰਦੇ ਆ ਜੀ ਬਿਲਕੁਲ। ਕਈ ਵਾਰ ਕੀ ਹੁੰਦਾ ਹੈ ਮੇਨਲੀ ਰਿਕਾਰਡਿੰਗ ਕਿਉਂ ਹੁੰਦੀ ਹੈ ਕਈ ਵਾਰ ਕੋਈ ਸਟੂਡੈਂਟ ਛੁੱਟੀ ਤੇ ਹੈ ਠੀਕ ਆ ਸੋ ਉਹ ਕਹਿ ਦਿੰਦੇ ਆ ਕਿ ਮੈਮ ਅੱਜ ਮੈਂ ਕਲਾਸ ਨਹੀਂ ਲਗਾ ਸਕਦਾ ਸੋ ਉਹਨੂੰ ਰਿਕਾਰਡਿੰਗ ਮਿਲ ਜਾਂਦੀ ਹੈ। ਅਗਰ ਮੰਨ ਲਓ ਤੁਹਾਡਾ ਕੁਝ ਮਿਸ ਹੋ ਗਿਆ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਮੈਂ ਤੁਹਾਨੂੰ ਸੈਂਡ ਕਰ ਦੂੰਗੀ ਠੀਕ ਹੈ। ਈਮੇਲ ਆਈਡੀ ਜਸਟ ਮੈਨੂੰ ਚਾਹੀਦੀ ਹੋਊਗੀ ਤੁਹਾਡੀ ਹੋਰ ਕੁਝ ਨਹੀਂ ਠੀਕ ਹੈ। ਓਕੇ ਸੋ ਹੁਣ ਲੈਫਟ ਹੈਂਡ ਸਾਈਡ ਕਲੀਅਰ ਹੋ ਗਿਆ। नेक्स्ट इज कहने टू द राइट मैम दोबारा दस्सियो मैम लेफ्ट हैंड साइड दोबारा दस्सियो। ਲੈਫਟ ਹੈਂਡ ਸਾਈਡ ਆਪਾਂ ਐਂਟਰ ਕੀਤੇ ਆਪਣਾ ਲੈਫਟ ਕੀ ਹੋਊਗਾ ਆਪਣਾ ਹੀ ਲੈਫਟ ਦੱਸ ਰਹੇ ਹਾਂ ਠੀਕ ਆ ਲੈਫਟ ਹੈਂਡ ਸਾਈਡ ਠੀਕ ਆ। ਹੁਣ ਰਾਈਟ ਹੈਂਡ ਸਾਈਡ ਆਫ ਦ ਐਂਟਰੈਂਸ देयर्स अ कैफे ਆ ਰਾਈਟ ਹੈਂਡ ਸਾਈਡ ਆ ਠੀਕ ਆ ਲੈਫਟ ਹੈ ਆ ਰਾਈਟ ਆ। ਉਹਨਾਂ ਨੇ ਜਦੋਂ ਆਡੀਓ ਸਟਾਰਟ ਕੀਤੀ ਹਾਂਜੀ ਅਮਨ मैम जिम्मे पता किद्दां लगूगा हुण जेड़ा चेंजिंग रूम आ वो भी लेफ्ट साइड ते आ रहा वा ਬਿਲਕੁਲ ਬਟ ਉਹਨਾਂ ਨੇ ਤਾਂ ਤੁਹਾਨੂੰ ਦੱਸਿਆ ਹੀ ਹੈ ਨਾ ਇੱਥੇ ਕਹਿੰਦੇ ਸਪੋਰਟਸ ਸੈਂਟਰ ਦਾ ਸਪੋਰਟਸ ਸ਼ਾਪ ਇਜ਼ ਔਨ ਦਾ ਸਪੋਰਟਸ ਸ਼ਾਪ ਹੀ ਪੁੱਛਿਆ ਸੀ ਇੱਥੇ ਪਾਰਟਿਕੂਲਰਲੀ। ਤੁਹਾਨੂੰ ਕੁਐਸਚਨ ਨਹੀਂ ਦਿੱਤੇ ਹੁੰਦੇ ਤੁਹਾਨੂੰ ਨੀਚੇ ਕੁਐਸਚਨ ਦਿੱਤੇ ਹੁੰਦੇ ਕਿ ਤੁਸੀਂ ਸਿਨੇਮਾ ਦੱਸਣਾ ਕੈਫੇ ਦੱਸਣਾ ਤੁਹਾਨੂੰ ਕਲੀਅਰ ਉਸ ਚੀਜ਼ ਤੋਂ ਹੋਊਗਾ। अगर मैम चेंजिंग रूम दी गल करदे फिर वो कहंदे लेफ्ट साइड नेक्स्ट ਨੈਕਸਟ ਟੂ ਦਾ ਹਾਂ ਜਾਂ ਤਾਂ ਉਹ ਕਹਿੰਦੇ ਨੈਕਸਟ ਟੂ ਦਾ ਸਪੋਰਟਸ ਸ਼ਾਪ ਜਾਂ ਸੈਕਿੰਡ ਲੈਫਟ ਕਹਿੰਦੇ ਤੁਹਾਡਾ ਠੀਕ ਹੈ। ਦੋ ਚੀਜ਼ਾਂ ਦੋ ਪੋਸਿਬਿਲਿਟੀਜ਼ ਹੋ ਸਕਦੀਆਂ ਸੀ। ਹੁਣ ਨੈਕਸਟ ਕੀ ਆ ਕਹਿੰਦੇ ਪਾਸ ਥਰੂ ਦਾ ਐਂਟਰੈਂਸ ਟਰਨ ਰਾਈਟ ਤੁਸੀਂ ਐਂਟਰੈਂਸ ਚ ਗਏ ਟਰਨ ਰਾਈਟ ਐਂਡ ਦ ਕੈਫੇ ਇਜ਼ ਇਮੀਡੀਏਟਲੀ ਇਨ ਫਰੰਟ ਆਫ ਯੂ। ਕਹਿੰਦੇ ਤੁਸੀਂ ਇੱਥੇ ਗਏ ਹੋ ਐਂਟਰੈਂਸ ਤੇ ਗਏ ਰਾਈਟ ਟਰਨ ਲਿਆ ਇਮੀਡੀਏਟਲੀ ਫਰੰਟ ਆਫ ਯੂ ਸਭ ਤੋਂ ਪਹਿਲਾਂ ਕਹਿੰਦੇ ਕੈਫੇ ਹੀ ਆ ਇੱਥੇ ਇਹਦਾ ਮਤਲਬ ਵੀ ਰਾਈਟ ਹੈਂਡ ਸਾਈਡ ਦਾ ਵੀ ਮੀਨਿੰਗ ਸੇਮ ਹੀ ਆ। ਦੇਖ ਲਓ ਕਿੱਦਾਂ ਚੇਂਜ ਕਰਦੇ ਹੋ ਆਨਸਰ ਰਾਈਟ ਹੈਂਡ ਸਾਈਡ ਦਾ ਆਫ ਦਾ ਐਂਟਰੈਂਸ देयर्स अ कैफे ਠੀਕ ਆ ਇਹ ਹੋ ਗਿਆ। ਇਹਨੂੰ ਹੀ ਉਹ ਸਿਨੋਨਿਮਸ ਯੂਜ਼ ਕਰਕੇ ਬੋਲ ਸਕਦੇ ਆ ਪਾਸ ਥਰੂ ਦਾ ਐਂਟਰੈਂਸ ਟਰਨ ਰਾਈਟ ਐਂਡ ਦ ਕੈਫੇ ਇਜ਼ ਇਮੀਡੀਏਟਲੀ ਇਨ ਫਰੰਟ ਆਫ ਯੂ ਠੀਕ ਆ ਸੇਮ ਮੀਨਿੰਗ ਹੀ ਆ। ਕਹਿੰਦੇ ਜਦੋਂ ਤੁਸੀਂ ਰਾਈਟ ਕਰੋਗੇ ਪਹਿਲੀ ਚੀਜ਼ ਜਿਹੜੀ ਇਮੀਡੀਏਟਲੀ ਆਉਂਦੀ ਆ ਉਹ ਕੀ ਹੈ ਕੈਫੇ ਆ। ਨੈਕਸਟ ਕਹਿੰਦੇ ਦ ਲੈਜ਼ਰ ਪੂਲ ਇਜ਼ ਔਨ ਦ ਅਦਰ ਸਾਈਡ of the sports center to the dance studio ਕਹਿੰਦੇ the leisure pool is on the other side। ਹੁਣ ਆਪਾਂ ਦੇਖੀਏ ਠੀਕ ਹੈ ਆ leisure pool ਦੀ ਗੱਲ ਕੀਤੀ on the other side of the sports center ਕਹਿੰਦੇ sports center ਦੇ other side ਤੇ ਆ ਠੀਕ ਹੈ। ਫਿਰ ਉਹਨੇ ਕੀ ਕਿਹਾ to the dance studio to the dance studio ਆ ਹੈਗਾ dance studio other side ਹੋ ਗਈ ਆ ਇੱਕ ਸਾਈਡ ਮਤਲਬ ਕਿ ਆਪੋਜ਼ਿਟ ਸਾਈਡ ਦੀ ਗੱਲ ਕਰ ਰਿਹਾ ਆ ਲੈਜ਼ਰ ਪੂਲ ਸੀਗਾ ਇਹ ਤੋਂ ਉਹਨੇ ਕਿਹਾ ਫਿਰ ਉਹ ਕਹਿੰਦੇ ਟੂ ਦਾ ਡਾਂਸ ਸਟੂਡੀਓ ਅਦਰ ਕਿਸ ਲਈ ਕਿਹਾ ਗਿਆ ਇੱਥੇ ਡਾਂਸ ਦੇ ਲਈ ਕਿਹਾ ਗਿਆ ਸੀਗਾ ਸੋ ਆ ਚੀਜ਼ ਇਸ ਦੇ ਆਪੋਜ਼ਿਟ ਹੋ ਗਈ ਆ ਠੀਕ ਆ। ਲੈਜ਼ਰ ਪੂਲ ਆ ਗਿਆ ਉਹਨੇ ਇਹੀ ਕਿਹਾ ਕਹਿੰਦੇ ਲੈਜ਼ਰ ਪੂਲ ਇਜ਼ ਔਨ ਦਾ ਅਦਰ ਸਾਈਡ ਮਤਲਬ ਕਿ ਇੱਕ ਆ ਅਲੱਗ ਸਾਈਡ ਹੋ ਗਈ ਇੱਕ ਦੂਸਰੀ ਆਫ ਦਾ ਸਪੋਰਟਸ ਸੈਂਟਰ ਟੂ ਦਾ ਡਾਂਸ ਸਟੂਡੀਓ। ਨੈਕਸਟ ਹੈ ਬਿਯੋਂਡ ਪੁੱਛ ਰਹੇ ਸੀ ਹੁਣ ਤੁਸੀਂ ਹਨਾ ਕਹਿੰਦੇ देयर इज अ लार्ज चेंजिंग रूम just beyond the cafe large changing room just beyond the cafe। ਹੁਣ ਇੱਕ ਤਾਂ ਚੇਂਜਿੰਗ ਰੂਮ ਆ ਸੀਗਾ ਹੁਣ ਤੁਹਾਨੂੰ ਕਨਫਿਊਜ਼ਨ ਹਨਾ ਫਿਰ ਇੱਕ ਚੇਂਜਿੰਗ ਰੂਮ ਆ ਸੀਗਾ
ਕਿਸ ਨੂੰ ਮੰਨੋਗੇ ਤੁਸੀਂ ਬਿਯੋਂਡ? ਬਿਯੋਂਡ ਦਾ ਕੈਫੇ ਦੇ ਨਾਲ ਕੈਫੇ ਦੇ ਨਾਲ ਕਿਹਾ ਹੈ, ਬਿਲਕੁਲ। ਸੋ ਬਿਯੋਂਡ ਹੁੰਦਾ ਹੈ ਟੂ ਦਾ ਫਰਦਰ ਸਾਈਡ, ਮਤਲਬ ਕਿ ਅੱਗੇ ਵਾਲੀ ਸਾਈਡ, ਟੂ ਦਾ ਫਰਦਰ। ਆਪਾਂ ਕਹਿੰਦੇ ਨਹੀਂ ਫਰਦਰ ਮੋਰ, ਵੀ ਹੋਰ ਆਪਾਂ ਇਸ ਨੂੰ ਅੱਗੇ ਦੱਸਣ ਜਾ ਰਹੇ ਹਾਂ। ਸੋ ਬਿਯੋਂਡ ਦਾ ਮਤਲਬ ਹੁੰਦਾ ਫਰਦਰ ਸਾਈਡ। ਹੁਣ ਫਰਦਰ ਸਾਈਡ ਜੇ ਤਾਂ ਉਹ ਲੈਜ਼ਰ ਪੂਲ ਨੂੰ ਕਹਿ ਦਿੰਦੇ ਫਿਰ ਚੇਂਜਿੰਗ ਰੂਮ ਹੁੰਦਾ। ਹੁਣ ਇੱਥੇ ਉਹਨਾਂ ਨੇ ਕਲੀਅਰਲੀ ਕਹਿ ਦਿੱਤਾ ਕਿ ਕੈਫੇ ਦੇ ਨਾਲ ਹੈ, ਬਿਯੋਂਡ ਦਾ ਹੈ ਨਾ ਕੈਫੇ। ਸੋ ਇੱਥੇ ਆਪਣਾ ਆਨਸਰ ਆ ਗਿਆ, ਠੀਕ ਹੈ। ਸੋ ਇਹ ਮੀਨਿੰਗ ਹੋ ਗਿਆ ਇੱਥੇ ਬਿਯੋਂਡ ਦਾ, ਫਰਦਰ ਸਾਈਡ ਦੇ ਲਈ ਆਪਾਂ ਯੂਜ਼ ਕਰਦੇ ਹਾਂ, ਠੀਕ ਹੈ। ਜਿਹਨੂੰ ਆਪਾਂ ਕਹਿੰਦੇ ਆ ਪੰਜਾਬੀ ਦੇ ਵਿੱਚ ਲਾਈਕ ਇੱਕ ਤਰ੍ਹਾਂ ਦੂਰ ਜਾਂ ਪਰੇ ਕਹਿ ਦਿੰਦੇ ਆਪਾਂ, ਵੀ ਇਸ ਤੋਂ ਦੂਰ ਹੈ, ਪਰੇ ਆ, ਫਰਦਰ ਸਾਈਡ ਤੇ ਕਹਿ ਦਿੰਦੇ ਆ ਵੀ ਇਸ ਤੋਂ ਇੱਕ ਤਰ੍ਹਾਂ ਨੈਕਸਟ ਨਹੀਂ ਹੁੰਦਾ ਬਟ ਫਰਦਰ ਸਾਈਡ ਆ ਜਾਂਦਾ। ਉਹਦੇ ਨਾਲ ਕਲੀਅਰ ਕਰਨਗੇ ਤੁਹਾਨੂੰ ਕਿ ਬਿਯੋਂਡ ਕੀ ਹੈ, ਠੀਕ ਹੈ। ਹੁਣ ਨੈਕਸਟ ਸੀਗਾ, ਕਹਿੰਦੇ ਵਾਕ ਅਲੋਂਗ ਦਾ ਸਾਈਡ ਆਫ ਦਾ ਸਪੋਰਟਸ ਹਾਲ। ਸਪੋਰਟਸ ਹਾਲ ਕਿੱਥੇ ਆ? ਆ ਸੀਗਾ, ਠੀਕ ਹੈ। ਵਾਕ ਅਲੋਂਗ ਦਾ ਕਿਹਾ ਉਹਨਾਂ ਨੇ। Next क्या, and you will find the second dance studio in the far corner of the building. ਜਦੋਂ ਤੁਸੀਂ ਕਹਿੰਦੇ ਵਾਕ ਕਰੋਗੇ ਇਹਦੇ ਅਲੋਂਗ ਸਾਈਡ, then ਤੁਹਾਨੂੰ far side ਕਹਿੰਦੇ ਕੀ ਮਿਲੂਗਾ? ਸੈਕਿੰਡ ਡਾਂਸ ਸਟੂਡੀਓ ਮਿਲੂਗਾ। ਹੁਣ ਸੈਕਿੰਡ ਡਾਂਸ ਸਟੂਡੀਓ ਕੀ ਲਗਾਉਂਗੇ? ਦੋ ਡਾਂਸ ਸਟੂਡੀਓ ਦਿੱਤੇ ਆ। ਫਾਰ ਕਿਹੜਾ ਹੈ? ਸਪੋਰਟਸ ਹਾਲ ਤੋਂ ਕਾਰਨਰ ਵਾਲਾ, ਬਿਲਕੁਲ। ਇਹ ਹੋ ਗਿਆ ਫਾਰ, ਠੀਕ ਹੈ, ਦੂਰ। ਫਾਰ ਦਾ ਮਤਲਬ ਅਗੇਨ ਦੂਰ ਹੁੰਦਾ ਹੈ, ਠੀਕ ਹੈ। ਸਪੋਰਟਸ ਹਾਲ ਤੋਂ ਅਲੋਂਗ ਵਾਕ ਕਰ ਰਹੇ ਹੋ। ਜਿਹੜਾ ਸੈਕਿੰਡ ਕਹਿੰਦੇ ਡਾਂਸ ਸਟੂਡੀਓ ਆ ਉਹ ਕੀ ਆ? ਫਾਰ ਸਾਈਡ ਤੇ ਆ ਤਾਂ ਬਿਲਕੁਲ ਕਲੋਜ਼ ਜੇ ਹੋ ਗਿਆ। ਆ ਥੋੜਾ ਕਾਰਨਰ ਤੇ ਰਹਿ ਗਿਆ, ਮਤਲਬ ਕਿ ਥੋੜਾ ਦੂਰ ਹੋ ਗਿਆ। ਨੈਕਸਟ ਹੈ, ਮੈਮ ਦੁਬਾਰਾ ਦੱਸਿਓ ਪਲੀਜ਼। ਹਾਂਜੀ ਹਾਂਜੀ, ਫਾਰ ਸਾਈਡ ਦਾ ਮੀਨਿੰਗ ਦੂਰ ਹੁੰਦਾ। ਮੈਂ ਰਾਈਟਿੰਗ ਦੇ ਵਿੱਚ ਵੀ ਕਹਿੰਦੀ ਹੁੰਦੀ ਆ ਕਿ ਤੁਸੀਂ ਜਦੋਂ ਐਡਵਾਂਟੇਜਸ ਡਿਸਐਡਵਾਂਟੇਜਸ ਵਾਲਾ ਐਸੇ ਲਿਖਦੇ ਹੋ ਤਾਂ ਤੁਸੀਂ, ਅਗਰ ਤੁਸੀਂ ਐਗਰੀ ਹੋ ਕਿ ਇਸ ਦੀਆਂ ਜ਼ਿਆਦਾ ਐਡਵਾਂਟੇਜਸ ਨੇ, ਤਾਂ ਤੁਸੀਂ ਲਾਈਨ ਕੀ ਬਣਾਇਆ ਕਰੋ? ਫਾਰ ਮੋਰ ਐਡਵਾਂਟੇਜਸ। ਫਾਰ ਮੋਰ ਦਾ ਮਤਲਬ ਹੁੰਦਾ ਬਹੁਤ ਜ਼ਿਆਦਾ। ਹੁਣ ਇੱਥੇ ਫਾਰ ਲਗਾ ਰਹੇ ਨੇ ਦੂਰ ਦੇ ਲਈ। ਸੋ ਇਹ ਕੀ ਸੀਗਾ? ਦੁਬਾਰਾ ਸਮਝੋ। ਕਹਿੰਦੇ ਵਾਕ ਅਲੋਂਗ ਦਾ ਸਾਈਡ ਆਫ ਸਪੋਰਟਸ ਹਾਲ and you will find a second dance studio in the far corner of the building. Far corner ਮਿਲ ਰਿਹਾ, ਕਾਰਨਰ ਤੋਂ ਮਿਲ ਰਿਹਾ, ਕਾਰਨਰ ਤੋਂ ਮਿਲ ਰਿਹਾ। ਹਾਂਜੀ, ਹਿੰਟ ਦੇਣਗੇ, ਠੀਕ ਆ। ਸੋ ਫਾਰ ਕਾਰਨਰ, ਸੈਕਿੰਡ ਡਾਂਸ ਸਟੂਡੀਓ ਕਿਹੜਾ ਹੋ ਗਿਆ? ਆ ਵਾਲਾ। ਹੁਣ ਨੈਕਸਟ ਤੇ ਮੂਵ ਕਰਦੇ ਆ। ਕਹਿੰਦੇ ਗੋ ਸਟ੍ਰੇਟ, ਸਿੱਧੇ ਜਾਓ, ਅਲੋਂਗ ਦਾ ਕੋਰੀਡੋਰ, ਗੋ ਸਟ੍ਰੇਟ, ਹਨਾ। ਫਿਰ ਉਹਨਾਂ ਨੇ ਕੀ ਕਿਹਾ? along the corridor beside the sports hall and to your right you will see two dance studio. ਕੀ ਕਿਹਾ? ਸਿੱਧੇ ਜਾਓ। ਹਾਂਜੀ ਮੈਮ ਕੋਰੀਡੋਰ ਕਿਹਨੂੰ ਕਹਿੰਦੇ ਆ? ਹਮੇਸ਼ਾ ਹੀ ਬੋਲਦੇ ਆ ਜਿਹੜੇ ਬਾਕਸ ਬਣੇ ਹੁੰਦੇ ਆ। ਨਹੀਂ ਜੀ ਨਹੀਂ, ਬਾਕਸ ਤੋਂ ਨਹੀਂ ਆਪਾਂ ਲਗਾਉਂਦੇ। ਕੋਰੀਡੋਰਸ ਕੀ ਹੁੰਦੇ ਆ? ਜੇ ਆਪਾਂ ਵੈਸੇ ਮੀਨਿੰਗ ਪੁੱਛਿਆ ਜਾਵੇ, ਇਜ਼ ਐਨੀਬਡੀ ਹਾਲ ਜਾਂਦਾ ਹੈ। ਹਾਂ, ਆਹ ਵਾਲੇ ਜਿਹੜੇ ਰਾਹ ਜਾਂਦੇ ਆ ਜਿਵੇਂ ਸਪੋਰਟਸ ਹਾਲ ਦੇ ਨਾਲ ਗਲੀ ਜੀ ਜਾਂਦੀ, ਜਿਵੇਂ ਆਹ ਵਾਲੇ ਇਹਨਾਂ ਹਾਂ, ਜਿਹੜੀ ਜਗ੍ਹਾ ਬਣੀ ਹੁੰਦੀ ਹੈ, ਖਾਲੀ ਜਗ੍ਹਾ ਹੁੰਦੀ ਆ, ਹਾਂ, ਕੋਰੀਡੋਰ। ਜਿਵੇਂ ਫੋਰ ਐਗਜ਼ਾਮਪਲ ਇੱਕ ਨਾ ਕੋਰੀਡੋਰ ਤੇ ਇੱਕ ਕੋਰਟਯਾਰਡ। ਮੈਮ ਇਹ ਦੋਨਾਂ ਦੇ ਮੀਨਿੰਗ ਦੱਸ ਦਿਓ ਕਿਵੇਂ ਸਮਝਣੇ ਆ, ਮੈਨੂੰ ਇਹ ਨਹੀਂ ਪਤਾ। ਕੋਰੀਡੋਰ ਕੀ ਹੁੰਦਾ ਹੈ? ਠੀਕ ਆ, ਜਦੋਂ ਮੰਨ ਲਓ ਮੰਨ ਲਓ ਕਿਸੇ ਰੂਮ 'ਚ ਖੜੇ ਹੋ, ਹਨਾ। ਰੂਮ ਤੋਂ ਬਾਹਰ ਜਿਹੜੀ ਪਲੇਸ ਆ, ਜਾਂ ਕਿਸੇ ਕਾਲਜ 'ਚ ਖੜੇ ਹੋ, ਕਾਲਜ ਦੇ ਰੂਮ ਤੋਂ ਬਾਹਰ ਜਿਹੜੀ ਪਲੇਸ ਆ ਉਹਨੂੰ ਕੋਰੀਡੋਰਸ ਕਹਿ ਦਿੰਦੇ ਆ। ਹਾਲ ਟਾਈਪ ਆਪਾਂ ਕਹਿ ਦਈਏ ਇੱਕ ਤਰ੍ਹਾਂ, ਠੀਕ ਹੈ। ਤੇ ਕੋਰਟਯਾਰਡ ਤਾਂ ਬਹੁਤ ਅਲੱਗ ਵਰਡ ਆ ਗਿਆ, ਉਹ ਤੇ ਇਹਦੇ ਨਾਲ ਮੈਚ ਹੀ ਨਹੀਂ ਕਰਦਾ ਕਿਸੇ ਜਗ੍ਹਾ ਤੇ। ਮੈਮ ਉਹ ਲਿਸਨਿੰਗ ਦੇ ਵਿੱਚ ਇੱਕ ਲਿਸਨਿੰਗ ਸੀਗੀ, ਉਹਦੇ ਵਿੱਚ ਬਾਰ-ਬਾਰ ਕੋਰਟਯਾਰਡ ਕਹਿੰਦੇ ਸੀਗੇ। ਕੋਰਟਯਾਰਡ ਦਾ ਮਤਲਬ ਤਾਂ ਵਿਹੜਾ ਹੁੰਦਾ ਹੈ। ਤੁਹਾਨੂੰ ਜੇ ਮੈਂ ਤੁਸੀਂ ਮੇਰੀ ਪਤਾ ਨਹੀਂ ਵੀਡੀਓ 'ਚ ਔਰ ਮੈਂ ਆਨਸਰ 'ਚ ਵੀ ਬਣਾਇਆ ਹੋਇਆ, ਫਰੰਟ ਕੋਰਟਯਾਰਡ ਐਂਡ ਬੈਕ ਕੋਰਟਯਾਰਡ। ਬੈਕ ਕੋਰਟਯਾਰਡ ਹੁੰਦਾ ਪਿਛਲਾ ਵਿਹੜਾ, ਛੱਤ ਨਹੀਂ ਹੁੰਦੀ। ਵਿਹੜਾ ਜਿਵੇਂ ਖਾਲੀ ਜਗ੍ਹਾ ਹੋਵੇ, ਉੱਪਰ ਛੱਤ ਨਾ ਹੋਵੇ, ਵਿਹੜਾ ਹੋਵੇ, ਉਹਨੂੰ ਕਹਿੰਦੇ ਆ ਵਰਾਂਡਾ, ਇੱਕ ਤਰ੍ਹਾਂ ਦਾ ਆਪਾਂ ਜਿਹਨੂੰ ਕਹਿ ਦਿੰਦੇ ਆ। ਹਾਂਜੀ ਮੈਮ, ਤੁਸੀਂ ਸ਼ਾਇਦ ਕਿਊ ਕਾਰਡ ਵਿੱਚ ਦੱਸਿਆ ਹੋਇਆ। ਕਿਊ ਕਾਰਡ 'ਚ ਦੱਸਿਆ ਹੋਇਆ ਕਿਸੇ 'ਚ, ਜਾਂ ਪਾਰਟ 1 'ਚ ਦੱਸਿਆ ਹੋਇਆ, ਠੀਕ ਆ। ਸੋ ਹੁਣ ਆਹ ਵਾਲਾ ਲਾਸਟ ਸਮਝੋ, ਉਹਨਾਂ ਨੇ ਕੀ ਕਿਹਾ ਹੋਇਆ? ਕਹਿੰਦੇ ਗੋ ਸਟ੍ਰੇਟ ਅਲੋਂਗ ਦਾ ਕੋਰੀਡੋਰ ਬਿਸਾਈਡ ਦਾ ਸਪੋਰਟਸ ਹਾਲ, ਬਿਸਾਈਡਸ ਦਾ ਸਪੋਰਟਸ ਹਾਲ, ਠੀਕ ਆ। ਸਟ੍ਰੇਟ ਜਾਓ, ਠੀਕ ਆ, ਸਪੋਰਟਸ ਹਾਲ ਦੇ ਬਿਸਾਈਡ, ਬਿਲਕੁਲ ਕੋਲ ਨਜ਼ਦੀਕ। ਫਿਰ ਅੱਗੇ ਕੀ ਕਿਹਾ? ਐਂਡ ਟੂ ਯੂਰ ਰਾਈਟ ਯੂ ਵਿਲ ਸੀ ਟੂ ਡਾਂਸ ਸਟੂਡੀਓ। ਤੇ ਤੁਹਾਡੇ ਰਾਈਟ ਤੇ ਕਹਿੰਦੇ ਤੁਹਾਨੂੰ ਕੀ ਦਿਖਣਗੇ? ਦੋ ਡਾਂਸ ਸਟੂਡੀਓ। ਆ ਸਿੱਧਾ ਗਏ, ਠੀਕ ਹੈ, ਕੋਰੀਡੋਰਸ 'ਚ ਗਏ, ਠੀਕ ਆ।
ਕੋਰੀਡੋਰਸ ਕਿਹੜੇ ਬਣ ਗਏ ਆਪਣੇ ਹੁਣ, ਆ ਜਿਹੜੀ ਖਾਲੀ ਜੀ ਜਗ੍ਹਾ ਉਹਨਾਂ ਨੇ ਦੱਸੀ ਹੋਈ ਆ, ਠੀਕ ਆ। ਔਰ ਹਿੰਟ ਇਹ ਦੇਤਾ ਨਾਲ, ਆਹ ਵਾਲੀ ਖਾਲੀ ਜਗ੍ਹਾ ਜੀ ਹੈ ਜਿਵੇਂ, ਠੀਕ ਆ, ਆਹ ਦੱਸ ਰਹੇ ਨੇ, ਆ ਰਸਤਾ ਜਿਹਾ ਕੀਤਾ ਹੋਇਆ। ਕਹਿੰਦੇ ਸਪੋਰਟਸ ਹਾਲ ਦੇ ਸਾਹਮਣੇ ਹੀ ਤੁਹਾਨੂੰ ਦੋ ਕੀ ਦਿਖ ਜਾਣਗੇ, ਡਾਂਸ ਸਟੂਡੀਓ ਦਿਖ ਜਾਣਗੇ। ਅਗਰ ਤੁਹਾਨੂੰ ਨਾ ਵੀ ਪਤਾ ਲੱਗੇ, ਠੀਕ ਹੈ, ਕੋਈ ਡਿਫਿਕਲਟ ਵਰਡਿੰਗ ਆ, ਤਾਂ ਉਹ ਹਿੰਟ ਦੇ ਰਹੇ ਨੇ। ਉਹਨਾਂ ਨੇ ਹਿੰਟ ਕੀ ਦਿੱਤਾ, ਸਪੋਰਟਸ ਹਾਲ ਦੇ ਬਿਲਕੁਲ ਰਾਈਟ ਤਾਂ ਫਿਰ ਇਹੀ ਬਣਿਆ। ਦੇਖੋ ਜੇ ਮੈਪ ਸਮਝਣਾ ਹੈ ਤੁਹਾਨੂੰ ਇਹ ਚੀਜ਼ਾਂ ਜ਼ਰੂਰ ਆਉਣੀਆਂ ਹੀ ਚਾਹੀਦੀਆਂ, ਔਰ ਇਸ ਤੋਂ ਅਲੱਗ ਕੁਝ ਵੀ ਨਹੀਂ ਆ। ਅੱਜ ਤੁਹਾਨੂੰ ਥੋੜਾ ਟਾਈਮ ਲੱਗੂਗਾ, ਜਦੋਂ ਇਹਨੂੰ ਤੁਸੀਂ ਦੁਬਾਰਾ ਪ੍ਰੈਕਟਿਸ ਕਰੋਗੇ ਤਾਂ ਹੋਰ ਕਲੀਅਰ ਹੋ ਜਾਊਗਾ। ਦੁਬਾਰਾ ਰੀਡ ਕਰੋਗੇ ਨਾ, ਹੋਰ ਜ਼ਿਆਦਾ ਇਹ ਚੋਂ ਕਲੈਰਿਟੀ ਮਿਲ ਜੂਗੀ। ਹੁਣ ਨੈਕਸਟ ਕੀ ਆ, ਸੈਟ 3। ਫਸਟ ਸੈਟ ਹੋ ਗਿਆ, ਸੈਕਿੰਡ ਸੈਟ ਹੋ ਗਿਆ, ਥਰਡ ਚ ਹੁਣ ਆ ਗਿਆ ਨਾਰਥ ਸਾਊਥ ਈਸਟ ਵੈਸਟ, ਨਾਰਥ ਈਸਟ ਸਾਊਥ ਈਸਟ, ਠੀਕ ਆ। ਸੋ ਇਹ ਤਾਂ ਬਹੁਤ ਜ਼ਰੂਰੀ ਆ, ਠੀਕ ਆ। ਮੋਸਟਲੀ ਵੈਸੇ ਜੋ ਮੈਪਸ ਹੁੰਦੇ ਆ ਉਹ ਟੌਪ ਬਾਟਮ ਰਾਈਟ ਲੈਫਟ ਕਰ ਦਿੰਦੇ ਆ, ਬਟ ਨਾਰਥ ਸਾਊਥ ਈਸਟ ਵੈਸਟ ਵੀ ਹੋ ਸਕਦਾ ਹੈ। ਨਾਰਥ ਦਾ ਪਤਾ ਹੈ ਟੌਪ ਸਾਈਡ ਤੇ ਹੁੰਦਾ ਹੈ, ਸਾਊਥ ਹੁੰਦਾ ਬਾਟਮ ਤੇ। ਇਹ ਕਿਉਂ ਪਤਾ ਹੋਣਾ ਚਾਹੀਦਾ ਹੈ, ਕਿਉਂਕਿ ਜਿਹੜਾ ਨਾਰਥ ਹੈ ਉਹਦੇ ਲਈ ਉਹ ਟੌਪ ਵਰਡ ਯੂਜ਼ ਕਰਨਗੇ, ਸਾਊਥ ਦੇ ਲਈ ਬਾਟਮ, ਈਸਟ ਕਿਸ ਸਾਈਡ ਤੇ ਹੁੰਦਾ ਮੈਂ ਹੁਣੇ ਦੱਸਿਆ ਹੈ, ਰਾਈਟ ਸਾਈਡ ਤੇ, ਵੈਸਟ ਹੁੰਦਾ ਲੈਫਟ ਸਾਈਡ ਤੇ। नॉर्थ ईस्ट उसे तो बन गया, नॉर्थ वेस्ट बन गया, इसी तरह साउथ ईस्ट बन गया, साउथ वेस्ट बन गया। ये तुसी इदां लगा के करया करो, लाइन जी लगा के तुहानू क्लियर हो जांदा है, ठीक है। हुण उन्होंने की कहा, कहंदे देयर आर सेवरल डिफरेंट वेज यू माइट हियर them use, बहुत अलग अलग तरीके नाल सुनन नू मिलदे। कहंदे टू द नॉर्थ, टू द साउथ। नॉर्थ की हो गया उपरली साइड होगी, साउथ हो गया नीचे वाली साइड। इन द नॉर्थ ईस्ट, नॉर्थ ईस्ट हो गया लेफ्ट वाली टॉप साइड पे, ठीक है। साउथ वेस्ट हो गया थोड़ा हो गया थोड़ा इधर बॉटम तो लेफ्ट साइड पे, ठीक है। इसी तरह नॉर्थ साइड, ईस्ट साइड, वेस्ट साइड, साउथ साइड। कंफ्यूज ना होयो ਜਦੋਂ ਤੁਸੀਂ ਇਹਨੂੰ ਨੋਟਬੁੱਕ ਤੇ ਲਿਖੋਗੇ ਤਾਂ ਉਹ ਲਾਈਨ ਡਰਾਸ ਕਰਿਓ, ਪਹਿਲਾਂ ਉੱਪਰ ਨਾਰਥ ਲਿਖ ਲਿਓ, ਨੀਚੇ ਸਾਊਥ, ਫਿਰ ਈਸਟ, ਦੈਨ ਵੈਸਟ, ਠੀਕ ਹੈ। ਉਸ ਤਰ੍ਹਾਂ ਕਰਿਓ, ਫਿਰ ਬਹੁਤ ਈਜ਼ੀ ਹੋ ਜਾਊਗਾ। ਫਿਰ ਕਹਿੰਦੇ ਹੈਡਿੰਗ ਈਸਟ, ਇਸੇ ਤਰ੍ਹਾਂ ਸਲਾਈਟਲੀ ਵੈਸਟ ਆਫ, ਥੋੜਾ ਜਿਹਾ ਵੈਸਟ, ਫਿਰ ਜਸਟ ਸਾਊਥ ਈਸਟ ਆਫ, ਠੀਕ ਹੈ। ਹੋਰ ਕਿਹੜੀ ਵੋਕੈਬਲਰੀ ਯੂਜ਼ ਕਰਦੇ ਆ, ਨੀਅਰ, ਫਰਸਟ ਟਰਨਿੰਗ, ਸੈਕਿੰਡ ਟਰਨਿੰਗ, ਔਨ ਦਾ ਲੈਫਟ, ਸਟ੍ਰੇਟ ਅਹੈਡ, ਠੀਕ ਹੈ। ਸੋ ਇਹਨਾਂ ਨੇ ਕੀ ਕਿਹਾ ਹੋਇਆ ਹੈ, ਹੁਣ ਆਹ ਵਾਲੀ ਪਿਕਚਰ ਹੈ, ਇਹਦੇ ਨਾਲ ਕਲੀਅਰ ਕਰਾਂਗੇ ਆਪਾਂ, ਠੀਕ ਆ। ਧਿਆਨ ਨਾਲ ਸੁਣਿਓ ਸਾਰੇ ਜਣੇ। ਪਹਿਲੀ ਵਾਰੀ ਕਨਫਿਊਜ਼ਿੰਗ ਲੱਗੂਗਾ ਨਾਰਥ ਸਾਊਥ, ਕਿਉਂਕਿ ਇਹ ਡਾਇਰੈਕਸ਼ਨਸ ਥੋੜ੍ਹੀਆਂ ਯਾਦ ਕਰਨੀਆਂ ਪੈਣਗੀਆਂ, ਫਿਰ ਹੋਊਗਾ। ਹੁਣ ਕੀ ਹੈ ਇਹਦੇ ਵਿੱਚ, ਮੈਂ ਨੈਕਸਟ ਪੇਜ ਤੇ ਕਰ ਦਿੰਦੀ ਹਾਂ। ਫਿਰ ਮੈਂ ਪਿਕਚਰ ਦੇ ਕਾਰਨਰ 'ਚ ਬਣਿਆ ਹੋਇਆ, ਹਾਂਜੀ ਹਾਂਜੀ ਬਿਲਕੁਲ ਬਣਿਆ ਹੁੰਦਾ, ਮੋਸਟਲੀ ਹੀ ਬਣਿਆ ਹੁੰਦਾ ਹੈ, ਠੀਕ ਹੈ। ਤੁਹਾਨੂੰ ਇਹ ਦਿੱਤਾ ਹੁੰਦਾ, ਬਸ ਤੁਸੀਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਕਿ ਨਾਰਥ ਈਸਟ ਬਣ ਰਿਹਾ ਹੈ, ਇਧਰ ਸਾਊਥ ਈਸਟ, ਸਾਊਥ ਵੈਸਟ, ਠੀਕ ਹੈ, ਨਾਰਥ ਵੈਸਟ। ਇਹ ਬਣਿਆ ਹੀ ਹੁੰਦਾ ਮੋਸਟਲੀ, ਤੁਹਾਨੂੰ ਜਦੋਂ ਤੁਸੀਂ ਕੁਐਸਚਨ ਕਰਦੇ ਹੋ ਬਣਿਆ ਹੀ ਹੁੰਦਾ। ਸੋ ਇਹਨਾਂ ਨੇ ਕੀ ਕਿਹਾ ਹੈਗਾ, ਹੁਣ ਦੇਖੋ, ਕਹਿੰਦੇ ਦ ਹਾਊਸਿਸ ਇਮੀਡੀਏਟਲੀ ਟੂ ਦਾ ਨਾਰਥ, ਠੀਕ ਹੈ। ਹੁਣ ਹਾਊਸਿਸ ਕੀ ਆ, ਉਹਨਾਂ ਨੇ ਬਾਕਸ 'ਚ ਦੱਸਤਾ, ਆ ਸਾਰੇ ਹਾਊਸਿਸ ਬਣੇ ਹੋਏ ਆ ਸਾਰੇ ਹਾਊਸਿਸ, ਆ ਵੀ ਹਾਊਸਿਸ, ਆ ਵੀ ਹਾਊਸਿਸ, ਆ ਵੀ ਹਾਊਸਿਸ ਆ। ਕਹਿੰਦੇ ਹਾਊਸਿਸ ਇਮੀਡੀਏਟਲੀ ਟੂ ਦਾ ਨਾਰਥ, ਠੀਕ ਆ, ਐਂਡ ਸਾਊਥ ਆਫ ਦਾ ਪੋਸਟ ਆਫਿਸ ਆਰ ਵੈਰੀ ਨੀਅਰ ਟੂ ਦਾ ਰਿਵਰ। ਕੀ ਕਿਹਾ ਹੋਇਆ ਉਹਨਾਂ ਨੇ, ਆ ਰਿਵਰ ਬਣਾਈ ਹੋਈ ਆ ਪੋਸਟ ਆਫਿਸ ਬਣੇ ਹੋਏ ਆ ਪ੍ਰਾਇਮਰੀ ਸਕੂਲ, ਆ ਬ੍ਰਿਜ ਜਾ ਰਿਹਾ ਹੈ। ਉਸ ਤੋਂ ਬਾਅਦ ਉਹਨਾਂ ਨੇ ਰਿਕੁਆਇਰਮੈਂਟ ਹੋਮ ਕਿਹਾ। ਪਹਿਲਾ ਕੁਐਸਚਨ ਕੀ ਆ, ਹਾਊਸ ਇਮੀਡੀਏਟਲੀ ਟੂ ਦਾ ਨਾਰਥ, ਹਾਊਸ ਇਮੀਡੀਏਟਲੀ ਟੂ ਦਾ ਨਾਰਥ, ਨਾਰਥ ਦੀ ਗੱਲ ਹੋਈ ਆ ਉੱਪਰ। ਐਂਡ ਸਾਊਥ, ਸਾਊਥ ਕਿਹੜਾ ਹੋ ਗਿਆ ਆਪਣਾ, ਆ ਸਾਊਥ ਆ ਗਿਆ ਸਾਰਾ ਨੀਚੇ। ਆਫ ਦਾ ਪੋਸਟ ਬਾਕਸ, ਪੋਸਟ ਆਫਿਸ ਕਿਹੜਾ ਆਹ ਹੈ, ਆਰ ਵੈਰੀ ਨੀਅਰ ਟੂ ਦਾ ਰਿਵਰ, ਜੋ ਕਿ ਰਿਵਰ ਤੋਂ ਬਹੁਤ ਜ਼ਿਆਦਾ ਨੀਅਰ ਨੇ। ਆ ਵੀ ਰਿਵਰ ਜਾ ਰਹੀ ਆ, ਠੀਕ ਆ। ਤੇ ਆਹ ਉਹਨਾਂ ਨੇ ਹੁਣ ਆਪਾਂ ਨੂੰ, ਇਹ ਰਿਵਰ ਬਣੂਗੀ ਕਿ ਰੋਡ ਬਣੂਗਾ, ਪਹਿਲਾਂ ਮੈਨੂੰ ਇਹ ਦੱਸੋ। रोड ने, हाँ बिल्कुल, ਅੱਗੇ ਬ੍ਰਿਜ ਵੀ ਦਿੱਤੇ ਹੋਏ ਹੈਗੇ, ਅੱਗੇ ਹਾਂ ਅੱਗੇ ਜਾ ਕੇ ਬ੍ਰਿਜ ਆ ਗਿਆ, ਹਾਂ ਠੀਕ ਹੈ। ਸੋ ਇਹ ਆਪਾਂ ਜਦੋਂ ਤੱਕ ਸਾਨੂੰ ਰਿਵਰ ਲਿਖਿਆ ਨਹੀਂ ਨਾ ਹੋਇਆ ਜਿਹੜੇ ਵਾਲੇ ਚ, ਆਪਾਂ ਉਹਨੂੰ ਰਿਵਰ ਨਹੀਂ ਕਾਊਂਟ ਕਰ ਲੈਣਾ। ਉਹਨਾਂ ਦਾ ਮਤਲਬ ਇੱਥੇ ਇਹ ਆ ਵੀ ਨਾਰਥ ਸਾਊਥ ਵੀ ਉੱਪਰ ਵੀ ਹਾਊਸਿਸ ਨੇ, ਨੀਚੇ ਵੀ ਹਾਊਸਿਸ ਨੇ, ਤੇ ਪੋਸਟ ਆਫਿਸ ਕਹਿੰਦੇ ਬਹੁਤ ਜ਼ਿਆਦਾ ਨੀਅਰ ਕਿੱਥੇ ਆ, ਰਿਵਰ ਦੇ ਨੀਅਰ ਆ। ਸੋ ਆ ਪੋਸਟ ਆਫਿਸ ਬਣਿਆ ਹੋਇਆ, ਆ ਰਿਵਰ ਜਾ ਰਹੀ ਆ। ਦੇਖੋ ਤੁਹਾਨੂੰ ਕਨਫਿਊਜ਼ ਕੀਤਾ, ਹੋਰ ਕੁਝ ਵੀ ਨਹੀਂ। ਕਹਿੰਦੇ ਉੱਪਰ ਵੀ ਹਾਊਸਿਸ ਆ, ਨੀਚੇ ਵੀ ਹਾਊਸਿਸ ਆ।
ਕਹਿੰਦੇ ਕੀ ਆ, ਪੋਸਟ ਆਫਿਸ ਆਰ ਵੈਰੀ ਨੀਅਰ ਦਾ ਰਿਵਰ। ਪੋਸਟ ਆਫਿਸ ਆ ਬਣਿਆ, ਇਹ ਤਾਂ ਨੀਅਰ ਹੀ ਆਪਾਂ ਨੂੰ ਪਤਾ ਹੀ ਲੱਗ ਰਿਹਾ ਹੈ ਰਿਵਰ ਦੇ, ਠੀਕ ਆ। ਨੈਕਸਟ ਕੀ ਆ, ਕਹਿੰਦੇ ਦ ਬ੍ਰਿਜ ਇਜ਼ ਜਸਟ ਬਿਯੋਂਡ ਦ ਫਾਈਨਲ ਰੋ ਆਫ ਹਾਊਸਿਸ ਹੈਡਿੰਗ ਨਾਰਥ। ਦ ਬ੍ਰਿਜ ਇਜ਼ ਜਸਟ ਬਿਯੋਂਡ, ਬ੍ਰਿਜ ਆ ਗਿਆ, ਠੀਕ ਆ। ਕੀ ਕਿਹਾ ਉਹਨਾਂ ਨੇ, ਜਸਟ ਬਿਯੋਂਡ ਦ ਫਾਈਨਲ ਰੋ ਆਫ ਹਾਊਸਿਸ ਹੈਡਿੰਗ ਨਾਰਥ। ਸੋ ਆ ਕੀ ਹੋ ਗਏ ਤੁਹਾਡੇ, ਨਾਰਥ ਹੋ ਗਏ। ਫਾਈਨਲ ਉਹਨਾਂ ਨੇ ਕਹਿਤਾ, ਬਿਯੋਂਡ ਮੈਂ ਕੀ ਮੀਨਿੰਗ ਦੱਸਿਆ ਸੀਗਾ, ਫਰਦਰ ਸਾਈਡ, ਠੀਕ ਹੈ। ਸੋ ਆ ਫਰਦਰ ਸਾਈਡ ਹੋ ਗਈ ਤੁਹਾਡੀ, ਠੀਕ ਆ। ਮੇਨ ਉਹਨਾਂ ਦਾ ਕਹਿਣ ਦਾ ਮਤਲਬ ਕੀ ਹੈ, ਕਹਿੰਦੇ ਬ੍ਰਿਜ ਇਜ਼ ਜਸਟ ਬਿਯੋਂਡ ਦਾ ਫਾਈਨਲ ਰੋ ਆਫ ਹਾਊਸਿਸ ਹੈਡਿੰਗ ਨਾਰਥ। ਆਹ ਵਾਲੇ ਤੇ ਹੀ ਆ, ਕਹਿੰਦੇ ਫਾਈਨਲ ਉਹ ਦੱਸ ਰਹੇ ਨੇ ਇੱਥੇ, ਠੀਕ ਆ। ਇੱਕ ਮਿੰਟ, ਨੈਟਵਰਕ ਕਨੈਕਸ਼ਨ ਹੋ ਰਿਹਾ। ਨੈਕਸਟ ਹੈ, ਕਹਿੰਦੇ ਆਫਟਰ ਕ੍ਰਾਸਿੰਗ ਦਾ ਬ੍ਰਿਜ, ਜਦੋਂ ਤੁਸੀਂ ਬ੍ਰਿਜ ਕ੍ਰਾਸ ਕਰਦੇ ਹੋ ਫਿਰ ਉਸ ਤੋਂ ਬਾਅਦ ਕੀ ਕਹਿ ਰਹੇ ਨੇ, ਟੇਕ ਦਾ ਸੈਕਿੰਡ ਟਰਨਿੰਗ ਔਨ ਦਾ ਲੈਫਟ। ਟੇਕ ਦਾ ਸੈਕਿੰਡ ਟਰਨਿੰਗ ਔਨ ਦਾ ਲੈਫਟ। ਹੁਣ ਸੈਕਿੰਡ ਟਰਨਿੰਗ ਹੋ, ਫਿਰ ਕਹਿੰਦੇ ਯੂ ਵਿਲ ਸੀ ਦਾ ਰਿਟਾਇਰਮੈਂਟ ਹੋਮ ਸਟ੍ਰੇਟ ਅਹੈਡ। ਜੇ ਤੁਸੀਂ ਇੱਥੋਂ ਸੈਕਿੰਡ ਟਰਨਿੰਗ ਲੈਂਦੇ ਹੋ ਫਿਰ ਤੁਹਾਨੂੰ ਕਹਿੰਦੇ ਕੀ ਦਿਖਦੇ ਆ ਇੱਥੇ ਜਾ ਕੇ, ਰਿਟਾਇਰਮੈਂਟ ਹੋਮ ਆ, ਹੋਮ ਸਟ੍ਰੇਟ ਅਹੈਡ, ਸਿੱਧਾ ਜਾ ਕੇ ਰਿਟਾਇਰਮੈਂਟ ਹੋਮ ਹੈ। ਹੁਣ ਪਹਿਲਾਂ ਤੁਸੀਂ ਆਹ ਚੀਜ਼ ਦਾ ਧਿਆਨ ਰੱਖਣਾ ਹੈ, ਕ੍ਰਾਸਿੰਗ ਦਾ ਬ੍ਰਿਜ, ਬ੍ਰਿਜ ਕ੍ਰਾਸ ਕਰਕੇ ਉਹਨੇ ਬ੍ਰਿਜ ਦੀ ਸਾਈਡ ਤੋਂ ਕਿਹਾ। ਆ ਫਸਟ ਟਰਨ ਹੋ ਗਈ, ਇਹ ਨਹੀਂ ਕਿ ਤੁਸੀਂ ਇਧਰੋਂ ਹੀ ਚੱਲੇ ਜਾਣਾ, ਉਹਨੇ ਬ੍ਰਿਜ ਦੀ ਸਾਈਡ ਤੋਂ ਕਿਹਾ। ਫਸਟ ਟਰਨਿੰਗ ਹੋ ਗਈ, ਠੀਕ ਹੈ। ਹੁਣ ਉਹਨੇ ਕਿਹਾ ਹੈ ਸੈਕਿੰਡ ਟਰਨਿੰਗ ਔਨ ਦਾ ਲੈਫਟ। ਸੈਕਿੰਡ ਟਰਨਿੰਗ ਜੇ ਹੁਣ ਆਪਾਂ ਇੱਥੋਂ ਲਗਾਈਏ ਲੈਫਟ ਸਾਈਡ ਤੋਂ, ਫਿਰ ਕਿਹੜੀ ਸੈਕਿੰਡ ਬਣੂਗੀ ਇੱਥੇ? ਮੈਮ ਇੱਕ ਮਿੰਟ ਦੁਬਾਰਾ ਦੱਸੋ, ਤੁਸੀਂ ਬ੍ਰਿਜ ਦਾ ਕਿਵੇਂ ਕਹਿ ਰਹੇ ਹੋ? ਦੱਸ ਦਿਆਂ ਜੀ। ਰਿਟਾਇਰਮੈਂਟ, ਉਹਨਾਂ ਨੇ ਕਿਹਾ ਆਫਟਰ ਕ੍ਰਾਸਿੰਗ ਦਾ ਬ੍ਰਿਜ, ਜਦੋਂ ਤੁਸੀਂ ਬ੍ਰਿਜ ਕ੍ਰਾਸ ਕਰ ਲਓਗੇ, ਸੈਕਿੰਡ ਟਰਨਿੰਗ ਔਨ ਦਾ ਲੈਫਟ। ਬ੍ਰਿਜ ਕ੍ਰਾਸ ਕਰ ਲਿਆ, ਠੀਕ ਹੈ, ਮਤਲਬ ਕਿ ਉੱਪਰ ਪਹੁੰਚ ਗਏ ਆਪਾਂ ਇੱਥੇ। ਹਾਂ ਬ੍ਰਿਜ ਕ੍ਰਾਸ ਕਰ ਲਿਆ, ਉਸ ਤੋਂ ਬਾਅਦ ਫਿਰ ਉਹ ਕਹਿੰਦੇ ਸੈਕਿੰਡ ਟਰਨਿੰਗ ਔਨ ਦਾ ਲੈਫਟ। ਫਿਰ ਸਟ੍ਰੇਟ ਜਾਓਗੇ, ਦੈਨ ਤੁਹਾਨੂੰ ਕੀ ਦਿਖੂਗਾ, ਪੋਸਟ ਆਫਿਸ ਦਿਖਣਗੇ। ਬਟ ਜੇ ਆਪਾਂ ਸੈਕਿੰਡ ਟਰਨਿੰਗ ਔਨ ਲੈਫਟ ਜਿਹੜੀ ਮਤਲਬ ਪੋਸਟ ਦੇ ਨਾਲ ਨਾਲ ਲਾਈਨ ਜਾਂਦੀ ਹੈ, ਆਪਾਂ ਖੁਦ ਨੂੰ ਲੈਫਟ ਲੈ ਕੇ ਚੱਲਣਾ ਆ। ਠੀਕ ਹੈ। ਨਹੀਂ, ਉਹੀ ਮੈਂ ਇੱਕ ਮਿੰਟ, ਮੇਰਾ ਕੁਐਸਚਨ ਆ ਤੁਹਾਡੇ ਲਈ, ਸਭ ਦੇ ਲਈ। ਕਹਿੰਦੇ ਟੇਕ ਦ ਸੈਕਿੰਡ ਟਰਨਿੰਗ ਔਨ ਦਾ ਲੈਫਟ, ਯੂ ਵਿਲ ਫਾਈਂਡ ਸੀ ਦਾ ਰਿਟਾਇਰਮੈਂਟ ਹੋਮ ਸਟ੍ਰੇਟ ਅਹੈਡ। ਰਿਟਾਇਰਮੈਂਟ ਹੋਮ ਤਾਂ ਆਹ ਹੈ, ਉਹ ਕਹਿੰਦੇ ਜਦੋਂ ਤੁਸੀਂ ਸਿੱਧੇ ਜਾਓਗੇ ਜਦੋਂ ਦਿਖੂਗਾ ਤੁਹਾਨੂੰ। ਹੁਣ ਇੱਥੇ ਗੱਲ ਕੀ ਹੋ ਗਈ, ਤੁਸੀਂ ਉਲਟ ਹੋ ਗਏ, ਤੁਸੀਂ ਇਹ ਚੀਜ਼ ਨਹੀਂ ਸਮਝਦੇ। ਜਦੋਂ ਮੈਂ ਇੱਧਰ, ਹਾਂ ਮੈਮ ਰਸਤੇ ਵੀ ਦੋ ਹੀ ਆ, ਇਧਰਲੀ ਸਾਈਡ ਹੀ ਦੋ ਆ, ਹਨਾ? ਹਾਂ ਰਸਤੇ ਵੀ ਦੋ ਆ। ਔਰ ਮੇਰੀ ਜਿਹੜੇ ਇੱਥੇ ਸਮਝਾਉਣ ਦਾ ਪੁਆਇੰਟ ਆ ਉਹ ਇਹ ਆ, ਜਦੋਂ ਤਾਂ ਆਪਾਂ ਇਧਰੋਂ ਜਾ ਰਹੇ ਹਾਂ ਸਿੱਧੇ ਰਸਤੇ ਤੋਂ, ਉਦੋਂ ਤਾਂ ਆਪਣਾ ਜਿਹੜਾ ਰਾਈਟ ਆ ਉਹੀ ਰਾਈਟ ਰਹੂਗਾ, ਜਿਹੜਾ ਲੈਫਟ ਆ ਉਹੀ ਲੈਫਟ ਰਹੂਗਾ। ਹੁਣ ਉਹਨਾਂ ਨੇ ਆਪਾਂ ਨੂੰ ਆਪੋਜ਼ਿਟ ਸਾਈਡ ਤੋਂ ਦੱਸਣਾ ਸਟਾਰਟ ਕਰ ਲਿਆ, ਜਦੋਂ ਕਹਿੰਦੇ ਤੁਸੀਂ ਬ੍ਰਿਜ ਕ੍ਰਾਸ ਕਰ ਗਏ। ਜਦੋਂ ਹੁਣ ਆਪਾਂ ਬ੍ਰਿਜ ਕ੍ਰਾਸ ਕਰ ਲਾਂਗੇ ਫਿਰ ਆਪਣਾ ਜਿਹੜਾ ਰਾਈਟ ਹੈ ਉਹ ਲੈਫਟ ਬਣ ਜਾਊਗਾ, ਜਿਹੜਾ ਲੈਫਟ ਆ ਉਹ ਰਾਈਟ ਬਣ ਜਾਊਗਾ, ਕਿਉਂਕਿ ਆਪਾਂ ਘੁੰਮ ਗਏ ਨਾ। ਸਮਝ ਆਈ ਗੱਲ? ਹੋ ਗਿਆ ਮੈਮ, ਹੋ ਗਿਆ, ਠੀਕ ਹੈ। ਮੀਨਸ ਕਿ ਜਿਹੜੀ ਮਤਲਬ ਪ੍ਰਾਇਮਰੀ ਸਕੂਲ ਵਾਲੀ ਰਿਟਾਇਰਮੈਂਟ ਵਾਲੀ ਲਾਈਨ, ਇਹ ਫਿਰ ਆਪਣੀ ਲੈਫਟ ਹੋ ਗਈ। ਹਾਂ ਬਿਲਕੁਲ, ਤੁਸੀਂ ਆਪ ਹੀ ਸਮਝਦਾਰ ਹੋ ਸਾਰੇ। ਮੈਂ ਪਹਿਲਾਂ ਰੋਡ ਦੇ ਸਿੱਧੇ ਪਾਸੇ ਖੜੀ ਆ, ਉਦੋਂ ਮੇਰਾ ਰਾਈਟ ਹੈਂਡ ਸਾਈਡ ਰਾਈਟ ਹੀ ਰਹੂਗਾ, ਲੈਫਟ ਹੈ ਲੈਫਟ ਹੀ ਰਹੂਗਾ। ਬਟ ਜਦੋਂ ਉਹਨੇ ਮੈਨੂੰ ਕ੍ਰਾਸ ਕਰਵਾਤਾ, ਮੈਂ ਦੂਸਰੀ ਸਾਈਡ ਤੇ ਚਲੇ ਗਈ। ਜਦੋਂ ਮੈਂ ਦੂਸਰੀ ਸਾਈਡ ਤੇ ਗਈ ਤਾਂ ਮੈਂ ਟਰਨ ਕਰ ਲਿਆ, ਜਦੋਂ ਮੈਂ ਟਰਨ ਕਰਿਆ ਮੇਰਾ ਰਾਈਟ ਲੈਫਟ ਹੋ ਗਿਆ ਔਰ ਮੇਰਾ ਲੈਫਟ ਰਾਈਟ ਹੋ ਗਿਆ। ਸਮਝ ਆਏ? ਸੋ ਫਿਰ ਉਹਦੇ ਅਕੋਰਡਿੰਗ ਆਪਣਾ ਆਂਸਰ ਆ ਫਸਟ ਹੋ ਗਿਆ ਲੈਫਟ, ਠੀਕ ਆ, ਆ ਸੈਕਿੰਡ ਹੋ ਗਿਆ ਲੈਫਟ। ਸੈਕਿੰਡ ਲੈਫਟ ਦੇ ਕਹਿੰਦੇ ਸਿੱਧੇ ਜਾ ਕੇ ਕੀ ਹੈ, ਰਿਟਾਇਰਮੈਂਟ ਹੋਮ। ਇਹ ਚੀਜ਼ ਗਲਤ ਕਰਦੇ ਆ ਬੱਚੇ। ਬਾਕੀ ਸਾਰਾ ਕੁਝ ਸਿੰਪਲ ਹੁੰਦਾ ਮੈਪ 'ਚ, ਆਹ ਚੀਜ਼ ਤੇ ਆ ਕੇ ਇਹ ਕਿਸੇ ਮੈਪ ਦੇ ਵਿੱਚ ਹੁੰਦਾ ਇੱਕ ਜਾਂ ਦੋ ਕੁਐਸਚਨ ਆਉਂਦੀ ਜ਼ਰੂਰ ਹੈ। ਹਾਂ ਇੱਕ ਕੁਐਸਚਨ ਜ਼ਰੂਰ ਆਉਂਦਾ ਜਿਹ 'ਚ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਤੁਸੀਂ ਲੈਫਟ ਕਰਨਾ ਹੈ ਰਾਈਟ ਕਰਨਾ ਹੈ, ਕਿ ਮੇਰਾ ਲੈਫਟ ਕਿਹੜਾ ਰਹਿ ਗਿਆ, ਮੇਰਾ ਰਾਈਟ ਕਿਹੜਾ ਰਹਿ ਗਿਆ। ਅਗੇਨ ਦੱਸਦੀ ਹਾਂ, ਜਦੋਂ ਆਪਾਂ ਇਧਰੋਂ ਜਾਵਾਂਗੇ, ਇਹ ਆਪਣੀ ਐਂਟਰੀ ਆ, ਐਂਟਰੈਂਸ ਆ। ਜਦੋਂ ਮੈਂ ਇਧਰੋਂ ਜਾਊਂਗੀ ਮੇਰਾ ਰਾਈਟ ਆ ਵਾਲਾ ਬਣੂਗਾ, ਮੇਰਾ ਲੈਫਟ ਆ ਵਾਲਾ ਬਣੂਗਾ। ਬਟ ਉਹ ਕਹਿੰਦੇ ਤੁਸੀਂ ਕ੍ਰਾਸ ਕਰ ਲਿਆ ਬ੍ਰਿਜ, ਮੈਂ ਦੂਸਰੀ ਸਾਈਡ ਚਲੇ ਗਈ, ਆਪੋਜ਼ਿਟ ਸਾਈਡ। ਜਦੋਂ ਮੈਂ ਆਪੋਜ਼ਿਟ ਸਾਈਡ ਚਲੇ ਗਈ ਤਾਂ ਮੇਰਾ ਰਾਈਟ ਲੈਫਟ ਹੋ ਗਿਆ, ਲੈਫਟ ਮੇਰਾ ਰਾਈਟ ਹੋ ਗਿਆ। ਬਸ ਇਹ ਚੀਜ਼ ਦਾ ਧਿਆਨ ਰੱਖਣਾ, ਠੀਕ ਹੈ। ਦੈਨ ਫਿਰ ਆਪਣਾ ਰਿਟਾਇਰਮੈਂਟ ਹੋਮ ਸੈਕਿੰਡ ਲੈਫਟ ਤੇ ਆ, ਫਸਟ ਆ ਹੋ ਗਿਆ, ਸੈਕਿੰਡ ਹੋ ਗਿਆ, ਉਹਦੇ ਸਿੱਧਾ ਜਾ ਕੇ ਹੀ ਆ, ਸਿੱਧਾ ਜਾ ਕੇ ਕੀ ਆ ਗਿਆ, ਰਿਟਾਇਰਮੈਂਟ। ਡੀਪ ਨੇ ਇਹ ਬਹੁਤ ਪੁਆਇੰਟ,
ठीक है, बट ये समझ के करोगे तो मैप कुछ भी नहीं रहूगा ਤੁਹਾਡੇ ਲਈ। ओके नेक्स्ट, सो कहंदे द रिटायरमेंट होम इज जस्ट साउथ ईस्ट ऑफ द प्राइमरी स्कूल। ਜਿਹੜਾ ਕਹਿੰਦੇ ਕੀ ਆ ਰਿਟਾਇਰਮੈਂਟ ਹੋਮ ਆ ਉਹ ਕੀ ਆ ਸਾਊਥ ਈਸਟ ਆਫ ਦਾ ਪ੍ਰਾਇਮਰੀ ਸਕੂਲ। ਹੁਣ ਸਾਊਥ ਈਸਟ ਕਿਹੜਾ ਆਪਣਾ ਆਹ ਵਾਲੀ ਸਾਈਡ ਆ, ਠੀਕ ਆ। ਸਾਊਥ ਈਸਟ ਕਿਹੜੀ ਆ, ਹੁਣ ਇੱਥੇ ਆਹ ਬਣ ਰਹੀ ਆ, ਠੀਕ ਆ। ਹੁਣ ਇਹ ਨਹੀਂ ਕਿ ਤੁਸੀਂ ਮਿਡਲ ਚ ਹੀ ਚੱਲਣਾ, ਸਾਊਥ ਈਸਟ ਕੀ ਆ ਆਹ ਵਾਲਾ ਬਣ ਗਿਆ ਆਪਣਾ। ਉਹਨਾਂ ਨੇ ਇਹੀ ਕਿਹਾ ਸੀ ਇੱਥੇ, ਇਹ ਤਾਂ ਸਿੰਪਲ ਹੀ ਆ, ਕਹਿੰਦੇ ਰਿਟਾਇਰਮੈਂਟ ਹੋਮ ਇਜ਼ ਜਸਟ ਸਾਊਥ ਈਸਟ ਆਫ ਦਾ ਪ੍ਰਾਇਮਰੀ ਸਕੂਲ। ਪ੍ਰਾਇਮਰੀ ਸਕੂਲ ਦੇ ਸਾਊਥ ਈਸਟ ਤੇ ਆ, ਸੋ ਸਾਊਥ ਈਸਟ ਪ੍ਰਾਇਮਰੀ ਸਕੂਲ ਤੋਂ ਬਾਅਦ ਆਹੀ ਬਣ ਗਿਆ। ਆ ਸਾਊਥ ਆ ਨੀਚੇ, ਆ ਇਧਰਲੀ ਸਾਈਡ ਈਸਟ ਆ ਸੈਂਟਰ ਚ ਆ ਲਾਈਨ ਬਣ ਗਈ ਈਸਟ ਵਾਲੀ, ਆ ਬਣ ਗਿਆ ਨੀਚੇ ਵਾਲਾ ਸਾਊਥ, ਸੋ ਸਾਊਥ ਈਸਟ। मैम बेटर ही रहेगा अगर आप डिवाइड ही कर लिए पूरा मैप में लाइन लगा के ना सेंटर हाँ वो भी ठीक है। नेक्स्ट नॉर्थ वेस्ट क्या है, ये तो सिंपल ही आ, कहते द पोस्ट ऑफिस इज टू द नॉर्थ वेस्ट ऑफ द रिटायरमेंट होम। रिटायरमेंट दे होम दे कहते की आ नॉर्थ वेस्ट साइड आ। केड़ी प्लेस पूछी है उन्होंने पूछा है साउथ ईस्ट हो गया, नॉर्थ वेस्ट पोस्ट ऑफिस, बिल्कुल पोस्ट ऑफिस नॉर्थ वेस्ट ही हो गया ना, आ नॉर्थ वेस्ट है। आह की है रिटायरमेंट होम आ सी नीचे सीगा, ਇਹਦਾ नॉर्थ वेस्ट कॉर्नर हो गया ही, ठीक है। अगेन नेक्स्ट, और ਇਹਦੇ ਨਾਲ टास्क 1 ਚ ਜਿਹੜਾ ਮੈਪ ਆਉਂਦਾ ਨਾ ਉਹਦੇ ਬਹੁਤ ਪੁਆਇੰਟਸ ਕਲੀਅਰ ਹੋਣਗੇ ਤੁਹਾਨੂੰ। हाँ जी मैम वो हो रहे ने। नेक्स्ट है कहते the village of Stockford is slightly east of the river Stock, है ना। the village of Stockford ਕਿਹਾ ਹੈ ਉਹਨਾਂ ਨੇ, ਆ river Stock ਕਿਹਾ ਹੋਇਆ ਹੈ, ठीक है। फिर देखते हैं उन्होंने अगे की कहा, कहते विलेज ऑफ स्टॉकफोर्ड इज स्लाइटली ईस्ट ऑफ द रिवर स्टॉक। स्लाइटली ईस्ट आ, थोड़ा जिहा ईस्ट साइड अपनी आह है, ठीक आ। ਹੁਣ ਆਪਾਂ ਇੱਥੋਂ ਕਿਵੇਂ ਮੰਨ ਸਕਦੇ ਹਾਂ ਕਿ ਆਪਣੀ ਵਿਲੇਜ ਏਰੀਆ ਜਿਹੜਾ ਉਹਨਾਂ ਨੇ ਕਿਹਾ ਹੋਇਆ ਵਿਲੇਜ ਆਫ ਸਟਾਕਫੋਰਡ ਇਜ਼ ਸਲਾਈਟਲੀ ਈਸਟ ਆਫ ਦਾ ਰਿਵਰ ਸਟਾਕ। ਰਿਵਰ ਸਟਾਕ ਦੇ ਸਲਾਈਟਲੀ ਈਸਟ ਦੀ ਗੱਲ ਕੀਤੀ ਉਹਨਾਂ ਨੇ, ਤਾਂ रिवर स्टॉक अपने को आह है, ਇਹਦਾ ਸਲਾਈਟਲੀ ਈਸਟ ਥੋੜਾ ਜਿਹਾ ਆਹੀ ਸਾਈਡ ਜਾਊਗੀ। हाँ हाँ जी मैम। फिर आही जगह थोड़ी की बन जूगी, हाँ विलेज एरिया, ठीक है। सो नेक्स्ट किया, नेक्स्ट भी इजी है, कहते देयर इज अ हाउसिंग एस्टेट टू द वेस्ट साइड ऑफ द रिटायरमेंट होम। वेस्ट साइड ऑफ द रिटायरमेंट होम, रिटायरमेंट आह है ते वेस्ट साइड केड़ी आ आह है, ਤੇ ਹਾਊਸਿੰਗ ਵੀ ਆਪਣਾ ਆਹੀ ਬਣ ਰਿਹਾ ਫਿਰ, ਠੀਕ ਹੈ। ਆ ਰਿਟਾਇਰਮੈਂਟ ਹੋਮ ਦਾ ਵੈਸਟ ਸਾਈਡ ਕੀ ਆ, ਵੈਸਟ ਸਾਈਡ ਆਪਣੀ ਆਹੀ ਬਣ ਰਹੀ ਆ, ਤਾਂ ਆਹ ਵਾਲੇ ਹੋਮਸ ਦੀ ਗੱਲ ਹੋ ਰਹੀ ਆ ਜਿਹੜੇ ਆ ਬਾਕਸਿਸ ਬਾਰ-ਬਾਰ ਬਣੇ ਹੋਏ ਆ, ਇਹਨਾਂ ਹੋਮਸ ਦੀ ਉਹਨਾਂ ਨੇ ਗੱਲ ਕੀਤੀ। ਹਾਊਸਿੰਗ estate, ਇਹ ਹਾਊਸਿੰਗ estate ਹੀ ਆ, ਠੀਕ ਹੈ ਮੈਮ। ਮੈਮ ਜਿਵੇਂ ਆਪਾਂ ਮੈਪ ਦੇ ਵਿੱਚ ਆਪਾਂ ਰਾਈਟਿੰਗ ਟਾਸਕ 1 ਦੇ ਵਿੱਚ ਲਿਖਦੇ ਆਪਾਂ ਨੌਰਥ ਜਾਂ ਸਾਊਥ ਵੈਸਟ ਲਿਖਣਾ ਹੋਵੇ, ਵਿੱਚ ਹਾਈਫਨ ਪਾ ਕੇ ਲਿਖਾਂਗੇ, ਫੁੱਲ ਵਰਡ ਲਿਖਾਂਗੇ? ਫੁੱਲ ਓਕੇ ਮੈਮ। ਮੈਮ ਤੁਸੀਂ ਅੱਜ ਉਹ ਵੀ ਕਲੀਅਰ ਕਰਾ ਦਿਓ ਜੀ, ਰਾਈਟਿੰਗ ਦੇ ਵਿੱਚ ਟਾਸਕ 1 ਦੇ ਵਿੱਚ ਮੈਪ ਸਾਰਾ ਆਈ ਆ, ਸਾਰਾ ਸੇਮ ਹੀ ਆ, ਠੀਕ ਆ। ਮੈਂ ਕਰਵਾ ਦੂੰ, ਮੈਨੂੰ ਕੋਈ ਦਿੱਕਤ ਨਹੀਂ ਆ, ਬਟ ਉਹ ਕਿਸੇ ਦਿਨ ਹੋਰ ਰੱਖਾਂਗੇ ਕਿਉਂਕਿ ਇਹ ਤੋਂ ਬਾਅਦ ਇਹਨੂੰ ਹੀ ਬਹੁਤ ਟਾਈਮ ਲੱਗਣ ਵਾਲਾ ਅੱਜ, ਤੇ ਉਸ ਤੋਂ ਬਾਅਦ ਰੀਡਿੰਗ ਤੇ ਲੱਗਣਾ, ਠੀਕ ਹੈ। ਓਕੇ ਫਿਰ ਉਸ ਤੋਂ ਬਾਅਦ ਸੈਟ 4 ਆ ਗਿਆ। ਹਾਂਜੀ ਤੁਸੀਂ ਇਹ ਪਾ ਦਿਓ ਇੱਕ ਵਾਰੀ ਟੈਲੀਗ੍ਰਾਮ ਤੇ, ਮੈਂ ਟੈਲੀਗ੍ਰਾਮ ਤੇ ਬਿਲਕੁਲ ਪਾ ਦੂੰਗੀ ਜੀ, ਪਾ ਦੂੰਗੀ ਟੈਲੀਗ੍ਰਾਮ ਤੇ, ਠੀਕ ਆ। ਸੋ ਕਹਿੰਦੇ ਲਿਸਨਿੰਗ ਮੈਪ ਵੋਕੈਬ ਦਿੱਤੀ ਹੋਈ ਆ, ਹੁਣ ਸੈਟ 4 ਹੈ। ਆਪੋਜ਼ਿਟ ਪਤਾ ਹੈ ਆਪਾਂ ਨੂੰ, ਬਿਲਕੁਲ ਆਪਣੇ ਆਪੋਜ਼ਿਟ ਡਾਇਰੈਕਸ਼ਨ, ਅਕ੍ਰੋਸ ਦਾ ਰੋਡ ਨੂੰ ਅਕ੍ਰੋਸ ਕਰ ਰਿਹਾ। ਨੈਕਸਟ ਸੇਮ ਸਾਈਡ, ਬਿਫੋਰ ਯੂ ਗੈਟ ਟੂ, ਤੁਹਾਡੇ ਤੋਂ ਪਹਿਲਾਂ, ਬਿਫੋਰ ਹੁੰਦਾ ਪਹਿਲਾਂ, ਠੀਕ ਆ। ਜੰਕਸ਼ਨ, ਹੁਣ ਜੰਕਸ਼ਨ ਬਹੁਤ ਵਾਰੀ ਯੂਜ਼ ਹੁੰਦਾ ਲਿਸਨਿੰਗ ਦੇ ਵਿੱਚ। ਡੈਡ ਐਂਡ, ਹਾਂ, ਫਿਰ ਡੈਡ ਐਂਡ ਦੀ ਗੱਲ ਕੀਤੀ ਹੈ, ਫਿਰ ਲੈਟਸ ਆਫ ਦੀ ਗੱਲ ਕੀਤੀ ਹੈ। ਇਹ ਲੈਟਸ ਆਫ ਤੁਸੀਂ ਨਿਊ ਵਰਡ ਦੇਖ ਰਹੇ ਹੋਗੇ, ਠੀਕ ਹੈ। ਇਹ ਹੁਣ ਆਪਾਂ ਪਿਕਚਰ ਤੋਂ ਅਗੇਨ ਕਲੀਅਰ ਕਰਦੇ ਹਾਂ। ਆ ਪਿਕਚਰ ਹੈ, ਹੁਣ ਉਹਨਾਂ ਨੇ ਪਹਿਲਾ ਪੁਆਇੰਟ ਦਿੱਤਾ ਹੈ, ਕਹਿੰਦੇ ਕੈਮਿਸਟ ਇਜ਼ ਆਪੋਜ਼ਿਟ ਆ ਸੁਪਰਮਾਰਕੀਟ। ਕੈਮਿਸਟ ਕੀ ਆ, ਬਿਲਕੁਲ ਆਪੋਜ਼ਿਟ ਆ ਕੈਮਿਸਟ ਹੋ ਗਿਆ, ਆ ਸੁਪਰਮਾਰਕੀਟ ਆ, ਜਾਂ ਤੁਹਾਨੂੰ ਸੁਪਰਮਾਰਕੀਟ ਦਾ ਆਪੋਜ਼ਿਟ ਕੈਮਿਸਟ ਕਹਿ ਸਕਦਾ, ਕੈਮਿਸਟ ਦਾ ਆਪੋਜ਼ਿਟ ਹੋ ਗਿਆ ਸੁਪਰਮਾਰਕੀਟ, ਠੀਕ ਹੈ। ਨੈਕਸਟ ਕਹਿੰਦੇ ਦੇ ਆਰ ਗੋਇੰਗ ਟੂ ਬਿਲਡ ਅ ਨਿਊ ਹਾਊਸਿਸ, ਦੇ ਆਰ ਗੋਇੰਗ ਟੂ, ਉਹ ਬਣਾਉਣ ਜਾ ਰਿਹਾ ਨਵੇਂ ਹਾਊਸਿਸ, ਬਿਲਡ ਹੁੰਦਾ ਮੇਕ, ਠੀਕ ਆ। ਅਕ੍ਰੋਸ ਦਾ ਰੋਡ, from the school at point G, G आहा है from the school,
ਕਿਹੜੇ ਰੋਡ ਤੇ ਬਣਾਉਣੇ ਜਾ ਰਹੇ ਆ, ਕਹਿੰਦੇ ਦੇ ਆਰ ਗੋਇੰਗ ਟੂ ਬਿਲਡ ਨਿਊ ਹਾਊਸਿਸ ਅਕ੍ਰੋਸ ਦਾ ਰੋਡ। ਆਹ ਵਾਲਾ ਰੋਡ ਜਾ ਰਿਹਾ ਹੈ, ਠੀਕ ਆ, ਉਹਨਾਂ ਨੇ ਆ ਅੱਗੇ ਜਾ ਕੇ ਅਕ੍ਰੋਸ ਦਾ ਮੀਨਿੰਗ ਕੀ ਹੁੰਦਾ? ਲੰਘ ਉਹਨੂੰ ਕ੍ਰਾਸ ਕਰਕੇ, ਹਾਂ ਕ੍ਰਾਸ ਕਰਕੇ, ਲੰਘ ਕੇ ਉਹਨੂੰ ਅੱਗੇ, ਹਾਂ ਬਿਲਕੁਲ ਅੱਗੇ ਜਾ ਕੇ, ਹਨਾ। ਸੋ ਇਹੀ ਮਤਲਬ ਆ ਉਹਦਾ, ਕਹਿੰਦੇ ਦੇ ਆਰ ਗੋਇੰਗ ਟੂ ਬਿਲਡ ਅ ਨਿਊ ਹਾਊਸਿਸ ਅਕ੍ਰੋਸ ਦਾ ਰੋਡ ਫਰੋਮ ਦਾ ਸਕੂਲ ਐਟ ਦਾ ਪੁਆਇੰਟ G, ਠੀਕ ਆ, ਫਰੋਮ ਦਾ ਸਕੂਲ ਪੁਆਇੰਟ G। ਸਿੰਪਲ ਆ ਇਹ। ਨੈਕਸਟ ਹੈ ਕਹਿੰਦੇ देयर इज अ सुपरमार्केट ऑन द सेम साइड ऑफ द रोड एज द लाइब्रेरी। सेम साइड ऑफ द रोड एज द लाइब्रेरी। आ लाइब्रेरी क्या होया, सुपरमार्केट भी कहते वही सेम रोड ते आ, तो सेम आ, ठीक है। नेक्स्ट है कहते वॉक वेस्ट। वॉक वेस्ट, वेस्ट केड़ा है अपना आ साइड आ, कहते अलोंग हाई स्ट्रीट, अलोंग हाई स्ट्रीट, हाई स्ट्रीट आ गई। फिर you will pass the library before you get to the junction, pass the library। फिर कहते तुहानू की मिलूगा junction with the station road, station road ते तुहानू एक junction मिलूगा before। फिर इत्थे junction केड़ा होया हुण ए, ठीक है, क्योंकि वो की कर रहा है, ज्वाइनिंग कर रहा है टू रोड्स नू। मैम जंक्शन दा की मीनिंग है? दो पॉइंट मिलदे। So next कहते the bank is on a dead end, बैंक इज ऑन आ डेड एंड, बिल्कुल किनारे ते लास्ट एंड होवे जेड़ा, ठीक है। फिर उन्हें की किया, हाँ जी हाँ जी, डेड एंड मतलब जंक्शन वाला दोबारा दस दो जी। जंक्शन वाला दोबारा दसदा, जंक्शन दा मीनिंग की हुंदा? दो किते पॉइंट मिलदे ने ना, किते हाँ जिथे ज्वाइनिंग हुंदी होवे दो रोड्स दी, ठीक आ ज्वाइन हो रहा सी, आही सीगा। वॉक वेस्ट, वेस्ट अपना ही सीगा, आ बेस्ट बनया होया। सो की क्या है, हाई स्ट्रीट, हाई स्ट्रीट दस दिया हा। फिर कहते यू विल पास द लाइब्रेरी, लाइब्रेरी जो बिफोर यू गेट टू द जंक्शन विद द स्टेशन रोड, आ अपना जंक्शन हो गया जिथे टू ज्वाइनिंग हो रही है किसी रोड्स की, ठीक है। सो नेक्स्ट की है, कहते बैंक इज ऑन अ डेड एंड रोड दैट लेट्स ऑफ अ हाई स्ट्रीट, लेट्स ऑफ अ हाई स्ट्रीट, लेट्स ऑफ दा मतलब समझ गए होंगे, कहते जेड़ा बैंक है वो की है बिल्कुल डेड एंड ते आ, जेड़ी केड़ी स्ट्रीट मतलब के ओह हुंदी है उत्थे हाई स्ट्रीट। लेट्स ऑफ मतलब कि केड़ी गली है, केड़ी स्ट्रीट है, लेट्स ऑफ दा मतलब यही है, लीड टू जिवें कह दने आप, मतलब जा रही होवे, हाँ जा रही होवे, बिल्कुल हाँ। लेट्स ऑफ दा मतलब सेम ही आ, ठीक है, जा रही होवे जिवें टू काम आपां ओही सेम मीनिंग ही आ, ठीक है। सो नेक्स्ट है, नेक्स्ट सैट 5 आ, इच सिंपल जस्ट इको ही पॉइंट समझण वाला सी, एक डेड एंड वाला एक जंक्शन वाला, ठीक है। ऑपोजिट दा तुहानू पता लग गया, अक्रॉस दा रोड पता लग गया। हुण नेक्स्ट है, फिर भी तुहानू यह टैलीग्राम ते फुल ओह पऊगा, फुल कोर्स पै जाऊगा, फिर भी तुहानू ना पता लग्या जदों तुसीं घरे प्रैक्टिस करोगे, कल नू फिर पुछ लिओ, ठीक है। नेक्स्ट है कहते लिसनिंग मैप वोकैबुलरी, बेंड ये बहुत आउंदे आ, फर्स्ट बेंड, शार्प बेंड, स्लाइटली बेंड, ठीक है। फिर है जस्ट पास्ट, कोई चीज रिसेंटली पास्ट की है, ठीक है। नेक्स्ट है अलॉन्ग साइड, एडजॉइनिंग, कैरी स्ट्रेट ऑन, ठीक है। हुण नेक्स्ट पिक्चर उस तो क्लियर करते हैं, कहते स्कूल इज सिचुएटेड ऑन अ बेंड इन द ड्यूल कैरिजवे, ड्यूल कैरिजवे आ सीगा, आ बेंड है। हुण इत्थे इन्हां ने नहीं दस्सिया कि शार्प बेंड है, क्योंकि इक्को जे बेंड ने ये सारे, ठीक है। हुण जे शार्प होगा वो थोड़ा तिखा, जिन्हों आपां कहने तिखा जिवें मुड़दा होवे, मोड़ जिहड़ा बहुत ज्यादा शार्प बेंड उसनूं कहा जांदा, बहुत तिखा मोड़ होवे, ठीक है। स्लाइटली बेंड जिवें थोड़ा जिहा बेंड हो रहा होवे, ठीक है। हाँ जी मैम ये राउंड वाला बेंड है, हाँ ये राउंड, हाँ जी बिल्कुल, ठीक है। फिर उस तो बाद हुंदा एक बेंड कह दिंदे आ फर्स्ट बेंड नहीं सैकेंड बेंड, वो तुहानूं क्लीयर होगा उस तरह मैप के अकॉर्डिंग भी, वो दो बेंड बने होणगे, एक लाइन दे विच दो बेंड बने होणगे, दो ओह बनाए होणगे उन्हां ने,
Next है bus station is on the right, just past the shopping center. ਹੁਣ just past, ਠੀਕ ਆ, bus station is on the right, ਠੀਕ ਆ, ਫਿਰ ਉਹਨਾਂ ਨੇ ਕਿਹਾ just pass the shopping center, shopping center just pass ਕਰਕੇ ਕਹਿੰਦੇ ਹੁਣ ਆ ਫੇਰ ਅਗੇਨ ਆਪਾਂ ਇੱਧਰ ਆਪੋਜ਼ਿਟ ਸਾਈਡ ਖੜੇ ਹਾਂ, ਠੀਕ ਆ, ਤਾਂ ਰਾਈਟ ਆ ਵਾਲਾ ਬਣੂਗਾ, ਆ ਉਹਨਾਂ ਨੇ ਵਿੱਚ, ਹਾਂਜੀ ਮੈਂ ਤਾਂ ਲੈਫਟ ਲੱਗੂਗਾ, ਆਪਾਂ ਇੱਥੇ ਉਧਰ ਜਾ ਕੇ ਖੜ ਗਏ, ਆ ਰਸਤਾ ਬਣਿਆ ਹੋਇਆ, ਠੀਕ ਹੈ, ਹਾਂਜੀ ਆ ਪੈਡਿਸਟਰੀਅਨ ਬਣਿਆ ਹੋਇਆ, ਇਹ ਕ੍ਰਾਸ ਕਰ ਗਿਆ ਆਪਾਂ, ਮੈਮ ਦਾ ਬੱਸ ਸਟੇਸ਼ਨ ਉਹ ਆਪਣੇ ਲੈਫਟ ਤੇ ਬਣ ਰਿਹਾ, ਬਸ ਜੇ ਆਪਾਂ ਇੱਧਰ ਨੂੰ ਦੇਖੀਏ ਤਾਂ ਮੈਮ, ਤੇ ਉਹ ਤਾਂ ਬਣ ਰਿਹਾ ਕਿਉਂਕਿ ਆਪਾਂ ਹਾਂ ਉਹ ਦੂਸਰੀ ਸਾਈਡ ਤੋਂ, ਉਹ ਆਡੀਓ ਤੋਂ ਕਲੀਅਰ ਹੋਊਗਾ, ਠੀਕ ਹੈ। ਬਾਕੀ ਆ ਪੈਡਿਸਟਰੀਅਨ ਕ੍ਰਾਸਿੰਗ ਦਿੱਤੀ ਹੋਈ ਆ, ਤੇ ਇਹਦਾ ਮਤਲਬ ਇਹ ਹੈ ਕਿ ਤੁਸੀਂ ਦੂਸਰੀ ਸਾਈਡ ਚਲੇ ਗਏ, ਠੀਕ ਹੈ। ਲੱਸੀ ਪੀਲੀ। ਸੋ ਨੈਕਸਟ ਦੇਖੋ, ਹੁਣ ਸ਼ਾਪਿੰਗ ਸੈਂਟਰ ਪਤਾ ਲੱਗ ਗਿਆ, ਹਾਂਜੀ ਮੈਮ, ਹਾਂਜੀ ਠੀਕ ਆ। ਹੁਣ ਗਲਤੀ ਕੀ ਕਰਨੀ ਸੀ, ਆਪਾਂ ਨੇ ਆਨਸਰ ਲਗਾ ਦੇਣਾ ਸੀਗਾ, ਉਹਨਾਂ ਨੇ ਕਿਹਾ ਸੀ ਬੱਸ ਸਟੇਸ਼ਨ ਇਜ਼ ਔਨ ਦਾ ਰਾਈਟ ਜਸਟ ਪਾਸ ਦਾ ਸ਼ਾਪਿੰਗ ਸੈਂਟਰ, ਆਪਾਂ ਇਹਨੂੰ ਰਾਈਟ ਸਮਝਣਾ ਹੀ ਨਹੀਂ ਸੀਗਾ, ਕਾਰ ਪਾਰਕ, ਹਨਾ, ਆਪਾਂ ਕਾਰ ਪਾਰਕ ਲਗਾ ਦੇਣਾ ਸੀਗਾ। ਆ ਜਿਹੜਾ ਆਹ ਬਣ ਗਿਆ ਨਾ, ਰੋਡ ਬਣ ਗਿਆ, ਇਹਨੇ ਕਲੀਅਰ ਕਰਤਾ ਆਪਾਂ ਨੂੰ। ਨੈਕਸਟ ਹੈ, ਕਹਿੰਦੇ the town center has a pedestrian walkway running alongside a row of adjoining shops. The town center has a pedestrian, ਆ ਗਿਆ pedestrian, ਪੈਡਿਸਟਰੀਅਨ ਕੌਣ ਹੁੰਦੇ ਆ, ਜੋ ਸੜਕ ਤੇ ਪੈਦਲ ਤੁਰ ਰਹੇ ਹੁੰਦੇ ਆ, ਉਹਨਾਂ ਨੂੰ ਕਿਹਾ ਜਾਂਦਾ ਹੈ। ਸੜਕ ਤੇ ਜੋ ਪੈਦਲ ਰਸਤਾ ਕ੍ਰਾਸ ਕਰਦੇ ਆ, ਪੈਦਲ ਜਾ ਰਹੇ ਹੁੰਦੇ ਆ, ਉਹਨੂੰ ਬੋਲਦੇ ਆ ਪੈਡਿਸਟਰੀਅਨ, ਠੀਕ ਹੈ। ਫਿਰ ਉਹਨਾਂ ਨੇ ਕੀ ਕਿਹਾ, ਕਹਿੰਦੇ ਪੈਡਿਸਟਰੀਅਨ ਵਾਕਵੇ ਰਨਿੰਗ ਅਲੋਂਗਸਾਈਡ ਆ ਰੋ, running alongside a row of adjoining shops, so ਆਹ ਵਾਲੀਆਂ shops ਨੇ, alongside ਵੀ ਬਿਲਕੁਲ ਨਾਲ ਹੀ ਹੁੰਦਾ ਹੈ, ਆਹ ਵਾਲੀ ਤੁਹਾਡੀ ਗੱਲ ਹੋ ਰਹੀ ਆ, row of adjoining shops, ਆ rows ਬਣੀਆਂ ਹੋਈਆਂ ਨੇ, ਠੀਕ ਹੈ। rows ਇੱਧਰ ਨੂੰ ਹੁੰਦੇ ਆ, ਕਾਲਮ ਇੱਧਰਲੀ ਸਾਈਡ ਨੂੰ ਬਣਾਏ ਹੁੰਦੇ ਆ, ਲੰਬਾਈ ਸਾਈਡ ਨੂੰ। Next ਹੈ, ਕਹਿੰਦੇ after passing the school on your right, after passing the school on your right, ਕੀ ਹੈ, carry straight on, ਸਿੱਧੇ ਜਾਓ, ਕਹਿੰਦੇ you will see the park on your left around the next bend, ਹਾਊਸਿੰਗ ਤੋਂ ਸਿੱਧੇ ਜਾਓ, ਤੁਹਾਨੂੰ ਕੀ ਮਿਲੂਗਾ, ਕਹਿੰਦੇ ਪਾਰਕ ਮਿਲੂਗੀ, on your see the park on your left around the next bend। ਹੁਣ ਆ next bend ਆ ਸੀਗਾ, ਪਾਰਕ ਬਣਿਆ ਸੀ, ਦੂਸਰੀ ਸਾਈਡ ਤੋਂ ਸਾਰਾ ਕੁਝ ਦੱਸ ਰਿਹਾ ਮਰੀਨਸ ਹੈ ਨਾ, ਦੂਸਰੀ ਸਾਈਡ ਤੋਂ, ਕਿਉਂਕਿ ਇਹ ਜਿਹੜਾ ਰਸਤਾ ਹੈ ਖੁੱਲਾ ਹੈ, ਤਾਂ ਉਹ ਸਾਰੀ ਸਾਈਡ ਉਹ ਇਸ ਸਾਈਡ ਤੋਂ ਜਾ ਰਹੀ ਆ। ਬਾਕੀ ਇਹ ਵੀ ਇਹਨਾਂ ਨੇ ਕਲੀਅਰ ਕਰ ਦਿੱਤਾ, ਕਹਿੰਦੇ ਜਦੋਂ ਤੁਸੀਂ ਸਕੂਲ ਜਾਓਗੇ on your right, after passing school on your right, carry straight on, ਤੁਸੀਂ ਸਿੱਧੇ ਜਾਈ ਚੱਲੋ, ਐਂਡ ਫਿਰ ਕੀ ਹੋਊਗਾ, ਕਹਿੰਦੇ ਤੁਹਾਨੂੰ ਕੀ ਦਿਖੂਗਾ ਅੱਗੇ ਜਾ ਕੇ, ਪਾਰਕ ਲੈਫਟ ਹੈ, ਉਹ ਸਾਰਾ ਆਪੋਜ਼ਿਟ ਦੱਸਿਆ ਜਾ ਰਿਹਾ ਹੈ। ਇਹ ਆਡੀਓ ਚੋਂ ਵੀ ਕਲੀਅਰ ਹੋ ਜਾਂਦਾ ਹੁੰਦਾ ਹੈ, ਠੀਕ ਹੈ, ਔਰ ਇਹ ਜਿਹੜਾ ਰੋਡ ਦਿੱਤਾ ਉਹ ਤੋਂ ਵੀ ਕਲੀਅਰ ਹੋ ਰਿਹਾ ਹੈ। ਨੈਕਸਟ ਹੈ, ਕਹਿੰਦੇ ਰੀਡ, ਬਸ ਇੱਥੇ ਤੱਕ ਹੀ ਨਹੀਂ, ਇਹ 5 ਸੈੱਟ ਨੇ, ਇਹ 5 ਸੈੱਟ ਤੁਹਾਨੂੰ ਆਉਣੇ ਚਾਹੀਦੇ ਆ, ਠੀਕ ਹੈ। ਸਿਰਫ 2 ਕਿ ਡਿਫਿਕਲਟ ਨੇ ਇਹਦੇ ਵਿੱਚ, ਸਿਰਫ 2, ਬਾਕੀ ਸਾਰੇ ਈਜ਼ੀ ਨੇ। ਇੱਕ ਵਾਰ ਇਹਨੂੰ ਦੁਬਾਰਾ ਰੀਡ ਕਰਿਓ, ਠੀਕ ਆ, ਤੇ ਬਾਕੀ ਜਦੋਂ ਹੁਣ ਆਪਾਂ ਪ੍ਰੈਕਟਿਸ ਕਰਾਂਗੇ ਤੁਹਾਨੂੰ ਹੋਰ ਕਲੀਅਰ ਹੋ ਜਾਊਗਾ। ਹੁਣ ਇਹਦੇ ਵਿੱਚ ਹੈ ਅਗਲੇ ਪੁਆਇੰਟਸ ਦੇਖਣ ਵਾਲੇ, ਕਹਿੰਦੇ ਰੀਡ all of the instructions carefully and try predicting the answer before you hear the recording। ਸਾਰੇ ਰੀਡ ਕਰ ਲਓ ਇੱਕ ਵਾਰੀ, ਜਿੰਨੇ ਵੀ ਕੁਐਸਚਨ ਦਿੱਤੇ ਹੁੰਦੇ ਆ ਆਪਣੇ ਵੱਲੋਂ। ਪ੍ਰੈਡਿਕਸ਼ਨਸ ਆਪਾਂ ਕਹਿ ਦਿੰਦੇ ਵੀ ਪ੍ਰੈਡਿਕਸ਼ਨਸ ਲਗਾਉਣੀਆਂ ਨਹੀਂ ਚਾਹੀਦੀਆਂ, ਬਟ ਫਿਰ ਵੀ ਆਪਾਂ ਹਿੰਟ ਤਾਂ ਲਗਾ ਸਕਦੇ ਹੁੰਦੇ ਆ। ਨੈਕਸਟ ਹੈ, the word that you would have to answer could be an adverb। adverb ਕੀ ਹੁੰਦਾ ਹੈ, ly ਦੇ ਨਾਲ ਹੋਏਗਾ, ly ਨਾਲ ਹੁੰਦਾ ਕੀ ਹੈ, ਮਹੱਤਤਾ ਦੱਸਦਾ ਜਿਹੜੀ, ਹਾਂ ਗੁਣ ਜਾਂ ਵਿਸ਼ੇਸ਼ਤਾ ਦੱਸੇ, ਠੀਕ ਹੈ। ਵਰਬ ਪਤਾ ਹੀ ਹੈ, ਕਿਰਿਆ, ਐਡਜੈਕਟਿਵ ਅਗੇਨ ਸੇਮ,
ਵਿਸ਼ੇਸ਼ਤਾ ਦੱਸਦਾ ਹੈ ਐਡਜੈਕਟਿਵ ਵਿਸ਼ੇਸ਼ਤਾ, ਹਾਂ। ਜਿਵੇਂ ਬਿਊਟੀਫੁਲ ਕੁਆਲਿਟੀ ਦੱਸੇ ਕਿਸੇ ਚੀਜ਼ ਦੀ। ਨੈਕਸਟ ਹੈ ਡਾਇਰੈਕਸ਼ਨ ਦੱਸੇ, ਬਿਲਡਿੰਗ ਔਰ ਲੋਕੇਸ਼ਨ। ਇਹਨਾਂ ਚੀਜ਼ਾਂ ਤੇ ਘੱਟ ਹੀ ਧਿਆਨ ਦਿਓ, ਇਹ ਉਦੋਂ ਲਗਾਉਣੀਆਂ ਹੁੰਦੀਆਂ ਜਦੋਂ ਤੁਹਾਨੂੰ ਕੁਝ ਪਤਾ ਹੀ ਨਾ ਲੱਗਿਆ ਹੋਵੇ, ਠੀਕ ਹੈ। ਇਹ ਤਾਂ ਉੱਥੇ ਪੁਆਇੰਟ ਦਿੱਤਾ ਗਿਆ, ਅਦਰਵਾਈਜ਼ ਤੁਸੀਂ ਲੋਕੇਸ਼ਨ ਵਾਈਜ਼ ਚੱਲੋਗੇ ਤੁਹਾਡਾ ਆਨਸਰ ਕਰੈਕਟ ਹੋ ਜਾਊਗਾ। ਨੈਕਸਟ ਕੀ ਆ ਮੇਨ ਪੁਆਇੰਟ ਅਗੇਨ ਸਮਝਣ ਵਾਲਾ, ਕਹਿੰਦੇ ਵਾਚ ਆਊਟ ਫॉर ਡਿਸਟਰੈਕਟਰ। ਜਿਵੇਂ ਰੀਡਿੰਗ ਦੇ ਵਿੱਚ ਡਿਸਟਰੈਕਟਰ ਹੁੰਦੇ ਆ, ਸੇਮ ਐਜ਼ ਮੈਂ ਡੇਲੀ ਦੱਸਦੀ ਹਾਂ ਕਿ ਬਟ ਹੋ ਗਿਆ, ਹਾਊਐਵਰ ਹੋ ਗਿਆ, ਐਕਚੁਅਲੀ ਹੋ ਗਿਆ, ਨੋ ਹੋ ਗਿਆ, ਇਹ ਸਾਰੇ ਡਿਸਟਰੈਕਟ ਕਰਦੇ ਆ। ਮਤਲਬ ਕਿ ਤੁਹਾਨੂੰ ਗਲਤ ਆਨਸਰ ਕਰਨ ਦੇ ਲਈ ਤੁਹਾਨੂੰ ਜਿਹੜਾ ਤੁਹਾਨੂੰ ਸੁਣਦੇ ਹੀ ਨਹੀਂ ਹੈ, ਤੁਸੀਂ ਪਹਿਲਾਂ ਹੀ ਆਨਸਰ ਚੂਜ਼ ਕਰਦੇ ਹੋ, ਉਹ ਤੋਂ ਪਹਿਲਾਂ ਸੁਣਦੇ ਨਹੀਂ। ਔਨ ਦਾ ਅਦਰ ਹੈਂਡ ਹਾਊਐਵਰ, ਐਕਚੁਅਲੀ, ਬਟ, ਜਦੋਂ ਇਦਾਂ ਦੀ ਵਰਡਿੰਗ ਯੂਜ਼ ਹੋ ਜਾਂਦੀ ਆ ਤੁਹਾਡਾ ਆਨਸਰ ਚੇਂਜ ਹੋ ਜਾਂਦਾ। ਕਹਿੰਦੇ ਐਗਜ਼ਾਮੀਨਰਸ ਮੇ ਟਰਾਈ ਟੂ ਕੈਚ ਯੂ ਆਊਟ ਵਿਦ ਡਿਸਟਰੈਕਟਰ, ਕਿਉਂਕਿ ਉਹਨਾਂ ਨੂੰ ਇਹ ਹੁੰਦਾ ਕਿ ਬੱਚਾ ਗਲਤ ਕਰੇ, ਉਹਨਾਂ ਦਾ ਮੇਨ ਤਾਂ ਇਹੀ ਫੋਕਸ ਹੁੰਦਾ। ਅ ਡਿਸਟਰੈਕਟਰ ਇਜ਼ ਅ ਵਰਡ or a phrase that changes or corrects the original piece of information given। ਕਹਿੰਦੇ ਡਿਸਟਰੈਕਟਰ ਕੀ ਹੁੰਦਾ, ਜੋ ਤੁਹਾਡੇ ਸਟੇਟਮੈਂਟ ਨੂੰ ਟੋਟਲੀ ਚੇਂਜ ਹੀ ਕਰ ਦਿੰਦਾ, ਉਹਦੇ ਮੀਨਿੰਗ ਨੂੰ ਟੋਟਲੀ ਚੇਂਜ ਕਰ ਦਿੰਦਾ। ਇਸੇ ਤਰ੍ਹਾਂ ਸੇਮ ਰੀਡਿੰਗ ਦੇ ਵਿੱਚ ਹੁੰਦਾ। ਰੀਡਿੰਗ ਦੇ ਵਿੱਚ ਬੱਚੇ ਪਹਿਲੀਆਂ ਲਾਈਨਾਂ ਰੀਡ ਕਰ ਲੈਣਗੇ, ਕਦੇ ਵੀ ਲੋਕੇਸ਼ਨ ਮਿਲਦੀ ਉਹਦੀਆਂ ਉੱਪਰਲੀਆਂ 2 ਲਾਈਨਾਂ ਨੀਚਲੀਆਂ 2 ਲਾਈਨਾਂ ਜ਼ਰੂਰ ਰੀਡ ਕਰੋ, ਕਿਉਂਕਿ ਉੱਥੇ ਅਗਰ ਤੁਹਾਨੂੰ ਕੋਈ ਡਿਸਟਰੈਕਟਰ ਲੱਗ ਗਿਆ, ਓਨਲੀ, ਆਲਦੋ, ਬਟ, ਹਾਊਐਵਰ, ਉਹਨੇ ਤੁਹਾਡਾ ਆਨਸਰ ਚੇਂਜ ਕਰ ਦੇਣਾ। ਸੋ ਤੁਸੀਂ ਪਹਿਲਾਂ ਆਨਸਰ ਲਗਾ ਕੇ ਬੈਠੇ ਹੋਵੋਗੇ, ਅੱਗੇ ਜਾ ਕੇ ਆਨਸਰ ਗਲਤ ਹੋ ਜਾਣਾ। So you may be given an answer and then have it taken away again. Here are some samples. Sample name. Can the shop next to the bakery was news agent, but ਪਹਿਲਾਂ ਉਹਨੇ ਕਹਿਤਾ ਜਿਹੜੀ ਸ਼ਾਪ ਹੈ ਕਹਿੰਦੇ next to the bakery ਉਹ ਕੀ ਆ, news agent, but it's now been replaced by a charity shop। ਹੁਣ ਤੁਸੀਂ news agent ਤੱਕ ਤਾਂ ਸੁਣ ਲਿਆ ਹੋਊਗਾ, ਅਗਲੀ ਲਾਈਨ ਧਿਆਨ ਹੀ ਨਹੀਂ ਦੇਣਾ, ਉਹਨੇ but ਲਗਾ ਕੇ ਆਨਸਰ ਚੇਂਜ ਕਰਤਾ, ਹੁਣ ਉਹਨੂੰ ਰਿਪਲੇਸ ਕਰ ਦਿੱਤਾ ਗਿਆ ਕਹਿੰਦੇ ਕਿਸ ਨਾਲ, ਚੈਰਿਟੀ ਸ਼ਾਪ ਨਾਲ। ਆਨਸਰ ਕੀ ਹੋ ਜਾਊਗਾ, ਚੈਰਿਟੀ ਸ਼ਾਪ। ਇਸੇ ਤਰ੍ਹਾਂ ਨੈਕਸਟ ਕਹਿੰਦੇ ਇਨ ਦਾ original design the cafe and bookshop were next to each other, however change ਹੋ ਗਿਆ, plans were changed to locate the bookshop by the exit। ਕੀ ਕਰ ਦਿੱਤੇ ਗਿਆ, plans were changed, change ਕਰ ਦਿੱਤੇ ਗਏ ਕਿਸ ਲਈ, to locate the bookshop by the exit। ਠੀਕ ਆ, ਹੁਣ ਤੁਸੀਂ ਕੀ ਕਰਨਾ ਸੀ, ਕੈਫੇ ਐਂਡ ਬੁੱਕ ਸ਼ਾਪ ਵਰ ਨੈਕਸਟ ਟੂ ਈਚ ਅਦਰ, ਤੁਸੀਂ ਇਹੀ ਸਮਝ ਕੇ ਬੈਠ ਜਾਣੇ ਸੀ, ਬਟ ਉਹਨਾਂ ਨੇ ਕਹਿੰਦੇ ਉਹਨੂੰ ਚੇਂਜ ਕਰਤਾ, ਬੁੱਕ ਸ਼ਾਪ ਹੀ ਬਣਾਤੀ ਹੈ ਸਿਰਫ ਬਾਏ ਦਾ ਐਗਜ਼ਿਟ, ਕੀ ਕੱਟਤਾ, ਕੈਫੇ। ਨੈਕਸਟ ਹੈ ਕਹਿੰਦੇ ਵੈਲ the alterations are carried out the storeroom will become an office, no sorry। ਪਹਿਲਾਂ ਕੀ ਗਿਆ, ਜਦੋਂ ਕਹਿੰਦੇ ਚੇਂਜਸ ਕੀਤੀਆਂ ਗਈਆਂ, the storeroom will become an office, storeroom ਨੂੰ ਕੀ ਬਣਾ ਦਿੱਤਾ ਗਿਆ ਸੀ, ਕਹਿੰਦੇ ਆਫਿਸ ਚ ਕਨਵਰਟ ਕੀਤਾ ਗਿਆ ਸੀ, ਹਨਾ। ਉਹਨਾਂ ਨੇ ਇਹ ਕੈਰੀਡ ਆਊਟ ਜਦੋਂ ਚੱਲ ਰਿਹਾ ਸੀ ਵੀ ਬਣ ਜੂਗਾ, ਕਹਿੰਦੇ ਆਫਿਸ ਬਣ ਜੂਗਾ, ਬਟ ਨੋ ਸੋਰੀ ਕਹਿੰਦੇ that's been altered, ਉਹਨੂੰ ਵੀ ਚੇਂਜ ਕਰ ਦਿੱਤਾ ਗਿਆ। alter ਦਾ ਮਤਲਬ ਵੀ ਹੁੰਦਾ ਚੇਂਜ। it will be the new staff room, ਉਹ ਕੀ ਬਣਾਇਆ ਜਾਊਗਾ ਹੁਣ, ਕਹਿੰਦੇ new staff room। ਸੋ ਆਨਸਰ ਕੀ ਹੋ ਜਾਊਗਾ ਆਪਣਾ, new staff room। ਨੈਕਸਟ ਹੈ ਕਹਿੰਦੇ the use of but and however are particularly common distractor। ਇਹ ਦੋਨੋਂ ਹੀ common distractor ਨੇ ਜੋ ਤੁਹਾਨੂੰ listening ਚ ਮਿਲਣਗੇ, but there are many different words and phrases that can be used to change or correct a piece of information, so be alert for them। ਠੀਕ ਹੈ, ਹਾਂ ਨੈਕਸਟ ਕੀ ਆ, ਕਹਿੰਦੇ ensure that you listen the beginning carefully। ਹੁਣ ਇਹ ਨਹੀਂ ਹੁੰਦਾ ਕਿ ਮੈਪ ਆ ਗਿਆ ਤਾਂ ਸਿਰਫ ਕੁਐਸਚਨ ਤੇ ਫੋਕਸ ਕਰੋ। ਮੈਪਸ ਦੇ ਵਿੱਚ ਮੋਸਟਲੀ ਨਾ ਉਹ ਪਹਿਲਾਂ ਥੋੜੀ ਜਿਹੀ ਇੰਟਰੋਡਕਸ਼ਨ ਵੈਸੇ ਦਿੰਦੇ ਹੁੰਦੇ ਆ, ਤੁਸੀਂ ਉਹ ਇੰਟਰੋਡਕਸ਼ਨ ਸੁਣਨ ਲੱਗ ਜਾਂਦੇ ਹੋ ਧਿਆਨ ਨਾਲ, ਬਹੁਤ ਜ਼ਿਆਦਾ ਹੀ ਧਿਆਨ ਦੇ ਦਿੰਦੇ ਹੋ, ਉਹ ਕੁਐਸਚਨ ਮਿਸ ਹੋ ਜਾਂਦਾ। ਤੁਹਾਨੂੰ ਲੱਗਦਾ ਕਿ ਸ਼ਾਇਦ ਮੇਰਾ ਕੁਐਸਚਨ ਲੰਘ ਚੁੱਕਿਆ, ਬਟ ਉਦੋਂ ਕੁਐਸਚਨ ਨਹੀਂ ਲੰਘਿਆ ਹੁੰਦਾ, ਉਹ ਜਸਟ ਹਲੇ ਇੰਟਰੋਡਕਸ਼ਨ ਦੇ ਰਹੇ ਹੁੰਦੇ ਆ। ਜਿਹੜੀ ਬਿਲਡਿੰਗ ਆ ਜਾਂ ਜਿਸ ਬਾਰੇ ਉਹਨੇ ਦੱਸਣਾ ਉਹ ਤੋਂ ਪਹਿਲਾਂ ਉਹ ਥੋੜੀ ਇੰਟਰੋਡਕਸ਼ਨ ਦਿੰਦੇ ਆ, ਫਿਰ ਕੁਐਸਚਨ ਸਟਾਰਟ ਕਰਦੇ ਆ। ਤੁਹਾਨੂੰ ਮਨ ਚ ਬਸ ਚਿੰਤਾ ਸਟਾਰਟ ਹੋ ਜਾਂਦੀ ਆ ਕਿ ਮੇਰਾ ਤਾਂ ਇੱਕ ਕੁਐਸਚਨ ਲੰਘ ਗਿਆ, ਹੁਣ ਮੈਨੂੰ ਅਗਲਾ ਵੀ ਨਹੀਂ ਸੁਣਨਾ, ਚਲੋ ਜੀ ਉਹ ਸਾਰੇ ਖਰਾਬ ਹੋ ਜਾਂਦੇ ਆ। ਮੋਸਟਲੀ ਇਹੀ ਬੱਚੇ ਕਰਦੇ ਮੈਪ ਚ, ਉਹ ਨਹੀਂ ਲੰਘਿਆ ਹੁੰਦਾ ਕੁਐਸਚਨ, ਠੀਕ ਆ। ਫਿਰ ਕਹਿੰਦੇ ਕੀ ਆ, concentrate on the major parts of the map where you can find the primary direction and navigational language। ਕਹਿੰਦੇ ਮੇਜਰ ਪਾਰਟਸ ਤੇ ਦੇਖੋ। ਫਿਰ ਹੈ ਟੇਕ ਨੋਟਸ whenever possible so that you don't forget anything। ਅਗਰ ਤੁਸੀਂ ਨੋਟਸ ਬਣਾਉਣਾ ਵਧੀਆ ਲੱਗਦਾ ਹੈ then ਤੁਸੀਂ ਨੋਟਸ ਬਣਾਓ, ਕਹਿੰਦੇ ਠੀਕ ਆ। ਪੋਸੀਬਲ ਹੈ ਤੁਹਾਨੂੰ ਲੱਗਦਾ ਕਿ ਮੈਂ ਨੋਟਸ ਬਣਾ ਕੇ ਸਹੀ ਆਨਸਰ ਕਰ ਸਕਦਾ, then ਨੋਟਸ ਬਣਾ ਕੇ ਕਰੋ, ਠੀਕ ਹੈ। ਲਾਸਟ ਸਟੈਪ ਹੈ ਕਹਿੰਦੇ guess if necessary।
ਕਹਿੰਦੇ ਫਾਈਨਲ ਟਿਪ ਹੈ is to never leave a blank space. ਰੀਡਿੰਗ, ਲਿਸਨਿੰਗ, ਰਾਈਟਿੰਗ, ਸਪੀਕਿੰਗ ਕਿਸੇ 'ਚ ਨੈਗੇਟਿਵ ਮਾਰਕਿੰਗ ਨਹੀਂ ਆ। ਫੁੱਲ ਪਰਫਾਰਮੈਂਸ ਦੇਣ ਦੀ ਕੋਸ਼ਿਸ਼ ਕਰੋ, ਚਾਹੇ ਗਲਤ ਹੀ ਆ। ਇਫ ਯੂ ਮਿਸ ਐਨ ਆਂਸਰ, ਟੇਕ ਐਨ ਐਜੂਕੇਟਡ ਗੈਸ। ਕੋਈ ਵੀ ਗੈਸ ਲਗਾਓ ਜੋ ਤੁਹਾਨੂੰ ਲੱਗਦਾ ਕਿ ਕਲੋਜ਼ ਆ। ਸੋ ਦਿਸ ਗਿਵਸ ਯੂ ਐਟਲੀਸਟ ਸਮ ਚਾਂਸ ਆਫ ਗੈਟਿੰਗ ਇਟ ਰਾਈਟ। ਕਹਿੰਦੇ ਚਾਂਸ ਹੈ ਵੀ ਰਾਈਟ ਵੀ ਹੋ ਸਕਦਾ, ਕਈ ਵਾਰ ਤੁੱਕਾ ਵੀ ਸਹੀ ਚਲੇ ਜਾਂਦਾ। ਡੋਂਟ ਸਟ੍ਰੈਸ ਅਬਾਊਟ ਅ ਮਿਸਡ ਆਂਸਰ। ਦਿਮਾਗ 'ਚ ਇਹ ਨਾ ਸੋਚੀ ਚੱਲੋ ਲਿਸਨਿੰਗ ਦੇ ਮੇਰੇ ਤਾਂ 4 ਆਂਸਰ ਮਿਸ ਹੋ ਗਏ, ਮੇਰੇ ਤਾਂ 4 ਆਂਸਰ ਮਿਸ ਹੋ ਗਏ। ਫਸਟ ਸੈਕਸ਼ਨ 'ਚ ਵੀ ਈਵਨ ਕਈ ਬੱਚਿਆਂ ਨਾਲ ਏਦਾਂ ਹੁੰਦਾ ਕਿ ਪਹਿਲੇ 2-3 ਆਂਸਰ ਮਿਸ ਕਰ ਦਿੰਦੇ ਆ। ਜੇ ਤੁਸੀਂ ਇਹੀ ਸਟ੍ਰੈਸਡ ਆਊਟ ਹੋ ਕੇ ਚੱਲੀ ਗਏ ਨਾ, ਮੇਰੇ ਲਿਸਨਿੰਗ ਦੇ 2-3 ਆਂਸਰ ਈਵਨ 5 ਵੀ ਮਿਸ ਹੋ ਗਏ, ਤਾਂ ਵੀ ਤੁਸੀਂ 7.5 ਸਕੋਰ ਗੈਸ ਆਪਣਾ ਲੈ ਸਕਦੇ ਹੋ ਜੇ 5 ਵੀ ਮਿਸ ਹੋ ਜਾਂਦੇ ਆ। ਸੋ ਇਹ ਚੀਜ਼ਾਂ ਦਿਮਾਗ 'ਚੋਂ ਕੱਢੋ, ਆਪਣੇ ਮਾਈਂਡ ਨੂੰ ਸਟਰੋਂਗ ਕਰੋ। ਪਹਿਲਾਂ ਤਾਂ ਕਹਿੰਦੇ ਡੋਂਟ ਸਟ੍ਰੈਸ ਅਬਾਊਟ ਅ ਮਿਸਡ ਆਂਸਰ ਔਰ ਇਟ ਵਿਲ ਅਫੈਕਟ ਯੂਅਰ ਐਬਿਲਿਟੀ ਟੂ ਆਂਸਰ ਟੂ ਦਾ ਨੈਕਸਟ ਸੈਟ ਆਫ ਕੁਐਸਚਨ। ਜਸਟ ਮੇਕ ਯੂਅਰ ਚੋਇਸ ਐਂਡ ਮੂਵ ਔਨ। ਠੀਕ ਹੈ, ਹੁਣ ਆਪਾਂ ਕਰਾਂਗੇ ਕੁਝ ਕੁਐਸਚਨਸ ਦੀ ਪ੍ਰੈਕਟਿਸ। ਉਸ ਤੋਂ ਬਾਅਦ ਮੈਂ ਦੱਸੂਗੀ ਰੀਡਿੰਗ ਦੇ ਹੈਡਿੰਗਸ। ਠੀਕ ਹੈ, ਮੈਂ ਸ਼ੇਅਰ ਇਹ ਤੁਸੀਂ ਨਾ ਉਹ ਕਰੋ, ਸਕਰੀਨਸ਼ਾਟ ਲੈਣ ਦੀ ਜ਼ਰੂਰਤ ਨਹੀਂ ਆ। ਮੈਂ ਟੈਲੀਗ੍ਰਾਮ ਤੇ ਪਾ ਦੂੰਗੀ ਇਹ ਸਾਰਾ ਹੀ ਲੈਕਚਰ। ਠੀਕ ਆ, ਲਾਈਕ ਆ ਨੋਟਸ ਬਣੇ ਹੋਏ ਆ, ਜਿਹੜੇ ਜਿਨ੍ਹਾਂ ਨੇ ਰਿਕਾਰਡਡ ਕਲਾਸ ਸੁਣਨੀ ਹੋਈ ਉਹ ਰਿਕਾਰਡਡ ਕਲਾਸ ਸੁਣ ਸਕਦੇ ਆ। ਸੋ ਮੈਂ ਤੁਹਾਨੂੰ ਕੁਝ ਕੁਐਸਚਨਸ ਸ਼ੇਅਰ ਕਰਦੀ ਹਾਂ। ਮੈਪ ਹੈ, ਪਹਿਲਾਂ ਤੁਸੀਂ ਮੈਮ ਹਾਂਜੀ ਮੈਮ 28th ਔਰ ਉਹ 29th ਦੇ ਆਨਸਰ ਪਾ ਦਿਓ ਲਿਸਨਿੰਗ ਦੇ। ਮੈਂ ਪਾ ਦਿੱਤੇ ਸੀਗੇ ਜੀ ਤੁਹਾਨੂੰ। 28th ਦੇ ਸੀ ਮੈਮ, 27th ਦੇ ਆਏ ਸੀ ਮੈਮ। ਹਾਂਜੀ ਹਾਂਜੀ ਮੈਮ ਲਿਸਨਿੰਗ ਕਿਹੜੀ ਕਰਨੀ ਹੁੰਦੀ, ਕਿਹੜੀ ਸਾਈਡ ਤੋਂ ਕਰਨੀ ਚਾਹੀਦੀ ਆ ਪ੍ਰੈਕਟਿਸ ਵਾਸਤੇ ਡੇਲੀ? ਅਗਰ ਪ੍ਰੈਕਟਿਸ ਕਰਨੀ ਹੈ ਕੈਂਬਰਿਜ ਦੀਆਂ ਕਰ ਲਿਆ ਕਰੋ ਜੀ। ਮੈਮ ਤੁਸੀਂ ਵੀ ਕੋਈ ਅਪਲੋਡ ਕਰਦੇ ਜਾਂ ਦਿੰਦੇ? ਮੈਂ ਕਰਦੀ ਹਾਂ ਜੀ, ਬਿਲਕੁਲ ਕਰਦੇ ਹਾਂ। ਆਪਾਂ ਕਲਾਸ ਵਾਲੇ ਹੀ ਕਰਦੇ ਹਾਂ, ਮੋਸਟਲੀ ਸੈਕਸ਼ਨ ਰਿਪੀਟ ਵੀ ਹੁੰਦੇ ਆ। ਠੀਕ ਆ, ਬਟ ਜੇ ਤੁਸੀਂ ਵੈਸੇ ਪ੍ਰੈਕਟਿਸ ਲਈ ਪੁੱਛ ਰਹੇ ਹੋ, ਮੈਂ ਕੈਂਬਰਿਜ ਦੀਆਂ ਸੁਜੈਸਟ ਕਰਦੀ ਹਾਂ। ਮੈਮ ਕੱਲ ਵਾਲੀ ਲਿਸਨਿੰਗ ਵੀ ਪਾ ਦਿਓ ਟੈਲੀਗ੍ਰਾਮ ਤੇ। ਮੈਮ ਬੱਚੇ ਜਿੱਦਾਂ ਪੁੱਛਦੇ ਨਾ ਵੀ ਇਹਦੇ ਮਤਲਬ ਕੁਐਸਚਨ ਪਾ ਦਿਓ, ਤੁਸੀਂ ਕੁਝ ਦਿੰਦੇ ਇਹਨਾਂ ਨੂੰ ਹੋਮਵਰਕ ਵਗੈਰਾ ਜਾਂ ਕਿੱਦਾਂ? ਇੱਕ ਮਿੰਟ, ਇਹ ਤੁਸੀਂ ਪਹਿਲਾਂ ਮੈਨੂੰ ਐਂ ਦੱਸੋ, ਭਵਨ ਨੇ ਪੁੱਛੇ ਸੀ ਵੀ ਆਨਸਰ ਨਹੀਂ ਪਾਏ ਹੈਗੇ? 27th ਦੇ ਆ ਗਏ ਮੈਮ। ਤਿੰਨੋਂ ਪਾਇਆ ਔਰ ਤਿੰਨੋਂ ਤੁਸੀਂ ਸੀਨ ਵੀ ਕੀਤੇ ਆ। ਦੇਖੋ ਪਿਕਚਰਸ ਚੈੱਕ ਕਰੋ। ਟੈਲੀਗ੍ਰਾਮ ਤੇ ਪਾਏ ਸੀ ਮੈਮ? ਨਹੀਂ, WhatsApp। ਤਿੰਨੋਂ ਪਿਕਚਰਸ ਮੇਰੇ ਖਿਆਲ ਚ ਤੁਹਾਡੀਆਂ ਹਾਂਜੀ ਸੀਨ ਵੀ ਕੀਤੀਆਂ ਹੋਣੀਆਂ। ਮੈਮ ਮੇਰੀ ਸਪੀਕਿੰਗ ਦੀ ਡੇਟ ਨਹੀਂ ਆਈ ਹਜੇ। ਨਹੀਂ ਜੀ ਨਹੀਂ, ਦੇਖੋ ਜਿਨ੍ਹਾਂ ਦਾ ਜਿਹੜਾ ਵੀ ਡੇਟ ਆਊਗੀ ਉਹਨਾਂ ਨੂੰ ਉਦੋਂ ਹੀ ਇਨਫੋਰਮ ਕਰ ਦਿੱਤਾ ਜਾਊਗਾ, ਹਲੇ ਨਹੀਂ ਆਈ ਹੈਗੀ। ਠੀਕ ਆ, ਓਕੇ ਮੈਮ। ਹਾਂਜੀ ਮੈਮ ਹੁਣ ਓਪਨ ਕੀਤੀ ਹੈ ਮੈਂ। ਹਾਂਜੀ ਥੈਂਕ ਯੂ ਮੈਮ, ਆ ਗਏ। ਓਕੇ, ਸੋ ਇਹ ਮੈਂ ਤੁਹਾਨੂੰ ਪਹਿਲਾਂ ਪਿਕਚਰ ਸ਼ੇਅਰ ਕਰ ਰਹੀ ਹਾਂ ਡਾਇਰੈਕਸ਼ਨਸ ਦੇ ਅਕੋਰਡਿੰਗ। ਮੈਮ ਕੱਲ ਵਾਲੀ ਲਿਸਨਿੰਗ ਵੀ ਪਾ ਦਿਓ। ਹਾਂਜੀ ਹਾਂਜੀ ਜੀ, ਪੈ ਜੂਗੀ ਜੀ, ਪੈ ਜੂਗੀ। ਮੇਰੇ ਕੋਲ ਨਾ ਐਕਚੁਅਲੀ ਨੈਟ ਦੀ ਥੋੜੀ ਜਿਹੀ ਪ੍ਰੋਬਲਮ ਹੈ, ਆਏ ਹੋਇਆ ਸੈਟਿੰਗ ਕਰਨ ਵਾਲੇ, ਇਸ ਕਰਕੇ ਉਹ ਅਪਲੋਡ ਹੋਣ ਦੇ ਟਾਈਮ ਲਗਾਉਂਦੇ ਜਦੋਂ ਹੋ, ਇਸ ਕਰਕੇ ਨਹੀਂ ਮੈਂ ਕਰ ਰਹੀ ਥੋੜਾ, ਨਹੀਂ ਤਾਂ ਮੈਂ ਅਦਰਵਾਈਜ਼ ਇਕੱਠੀਆਂ ਹੀ ਪਾ ਦਿੰਦੀ ਹੁੰਦੀ ਹਾਂ। ਤਾਂ ਕਰਕੇ ਥੋੜਾ ਜਿਹਾ ਇਸ਼ੂ ਆ ਰਿਹਾ। ਇਹ ਹੁੰਦਾ ਕਿ ਕਲਾਸ ਨਾ ਹੋ ਜਾਵੇ, ਤਾਂ ਕਰਕੇ ਪਹਿਲਾਂ। ਹੁਣ ਦੇਖੋ ਜਿਹੜੇ 11 ਤੋਂ 15 ਕੁਐਸਚਨ ਆ, ਇੱਕ ਵਾਰੀ ਰੀਡ ਆਊਟ ਕਰੋ, ਤੁਹਾਨੂੰ ਸਕਰੀਨ ਤੇ ਸ਼ੇਅਰ ਹੋ ਰਿਹਾ। ਟਾਊਨ ਲਾਇਬ੍ਰੇਰੀ ਦਿੱਤੀ ਹੋਈ ਹੈ, ਸੈਮੀਨਾਰ ਰੂਮ ਹੈ, ਫਿਕਸ਼ਨ ਹੈ, ਨॉन ਫਿਕਸ਼ਨ ਹੈ, ਲਾइब्रेरी एरिया है, लाइब्रेरियन डेस्क है, एंट्रेंस थोड़ी आ सीगी। आ लाइब्रेरी थोड़ा जूम कर दो। ये पिक्चर इदा ही आ, क्लियर नहीं हैगी मैम फोन ते जूम हो जानी है, फोन ते हाँ फोन ते कर लो तुसी अपने ते। ਹੁਣ ਇਹ ਆਨਸਰ ਕਿੱਦਾਂ ਲਗਾਉਣੇ, ਕਹਿੰਦੇ A to I, ਬਟ ਹੁਣ ਤੁਸੀਂ ਜ਼ਿਆਦਾ ਸਮਾਰਟ ਨਾ ਬਣਿਓ ਸਾਰੇ ਜਣੇ ਕਿ ਅਸੀਂ ਪਹਿਲਾਂ A to I ਹੀ ਚੂਜ਼ ਕਰ ਦਾਂਗੇ। ਤੁਸੀਂ ਵਰਡਿੰਗ ਲਿਖਿਓ, ਜਿਹੜੀ ਵਰਡਿੰਗ ਤੁਹਾਨੂੰ ਇੱਥੇ ਦੱਸੀ ਜਾਊਗੀ। ਠੀਕ ਆ, ਸੋ ਟਰਾਈ ਕਰੋ, ਜ਼ਿਆਦਾ ਟਫ ਨਹੀਂ ਹੈਗਾ ਇਹ। ਉਸ ਤੋਂ ਬਾਅਦ ਆਪਾਂ ਇੱਕ ਦੇਖਦੇ ਹਾਂ, ਫਿਰ ਮੈਂ ਕੱਲ ਨੂੰ ਜਿਹੜੀ ਲਿਸਨਿੰਗ ਜਾਂ ਅੱਜ ਹੀ ਦੇਖ ਲੈਂਦੀ ਹਾਂ ਕੋਈ ਹੋਰ ਲਿਸਨਿੰਗ, ਤੁਹਾਨੂੰ ਮੇ ਬੀ ਟੈਲੀਗ੍ਰਾਮ 'ਚ ਟਰਾਈ ਕਰੂੰਗੀ ਕਿ ਮੈਂ ਉਸ 'ਚ ਪਾ ਦਾਂ, ਤੁਸੀਂ ਉਸ 'ਚੋਂ ਪ੍ਰੈਕਟਿਸ ਕਰ ਲਿਓ ਮੈਪ ਦੀ। ਠੀਕ ਆ, ਸੋ ਇੱਕ ਵਾਰੀ ਇਹਨੂੰ ਲੁੱਕ ਆਊਟ ਕਰੋ ਤੇ ਮੈਂ ਇਹਦੀ ਆਡੀਓ ਪਲੇ ਕਰਦੀ ਹਾਂ ਫਿਰ। कर दूं मैं पे? ਹਾਂਜੀ। You'll hear the librarian of a new town library talking to a group of people who are visiting the library. Okay, everyone. So, here we are at the entrance to the town library.
My name is Anne, and I'm the chief librarian here, and you'll usually find me at the desk just by the main entrance here. So, I'd like to tell you a bit about the way the library is organised and what you'll find where. And you should all have a plan in front of you. Well, as you see, my desk is just on your right as you go in. And opposite this, the first room on your left has an excellent collection of reference books and is also a place where people can read or study peacefully. Just beyond the librarian's desk on the right is a room where we have up-to-date periodicals such as newspapers and magazines. And this room also has a photocopier, in case you want to copy any of the articles. If you carry straight on, you'll come into a large room, and this is the main library area. There is fiction in the shelves on the left, and non-fiction materials on your right, and on the shelves on the far wall, there is an excellent collection of books relating to local history. We're hoping to add a section on local tourist attractions too, later in the year. Through the far door in the library, just past the fiction shelves, is a seminar room, and that can be booked for meetings or talks. And next door to that is the children's library, which has a good collection of stories and picture books for the under 11s. Then there's a large room to the right of the library area. That's the multimedia collection, where you can borrow DVDs and so on. And we also have CD-ROMs you can borrow to use on your computer at home. It was originally the art collection, but that's been moved to another building. And that's about it. Oh, there's also the library office. ਦੇਖੋ ਇਹਦੇ ਵਿੱਚ ਸਟਾਰਟਿੰਗ 'ਚ ਬਿਯੋਂਡ ਵਰਡ ਵੀ ਯੂਜ਼ ਹੋ ਗਿਆ, ਫਾਰ ਵੀ ਹੋ ਗਿਆ, ਠੀਕ ਹੈ। ਉਹਨਾਂ ਨੇ ਆਪੋਜ਼ਿਟ ਨਹੀਂ ਕਿਹਾ, ਲੈਫਟ ਕਿਹਾ ਸੀਗਾ, ਫਾਰ ਲੈਫਟ ਆਈ ਥਿੰਕ। ਪਹਿਲਾ ਆਨਸਰ ਕੀ ਆਊਗਾ 11th? H, ਠੀਕ ਹੈ। ਰੈਫਰੈਂਸ ਬੁక్స్, ਫਿਰ 12th ਆਨਸਰ G periodicals, जी आएगा मैम। हाँ। 13 D local history, ठीक है। लोकल हिस्ट्री हाँ जी। 14th आंसर D children books, ठीक है। B and last is मल्टीमीडिया। ठीक है मैम ਇਹ ਤਾਂ ਈਜ਼ੀ ਬਹੁਤ ਆ। ਇਹ ਈਜ਼ੀ ਲੱਗ ਰਿਹਾ ਹੈ, ਹੁਣ ਆਪਾਂ ਹੁਣੇ ਕੀਤੀ ਨਾ, ਜੇ ਮੈਂ ਉਦਾਂ ਕਲਾਸ 'ਚ ਦੇ ਦਿੰਦੀ ਫਿਰ ਇਹੀ ਔਖਾ ਲੱਗਣਾ ਸੀਗਾ। ਇਹ ਮੈਮ ਵੈਸੇ ਈਜ਼ੀ ਹੁੰਦੇ ਆ ਐਸ ਕੰਪੇਅਰ। ਮੈਮ ਇੱਕ ਦੋ ਮੈਪ ਹੋਰ ਪਾ ਦਿਓ। ਹਾਂਜੀ ਮੈਮ ਹਾਂਜੀ ਇੱਕ ਦੋ ਐਵੇਂ ਦੇ ਕਰਾ ਦਿਓ। 1 ਮਿੰਟ ਫਿਰ ਮੈਨੂੰ ਥੋੜਾ ਟਾਈਮ ਦਿਓ ਮੈਨੂੰ। ਓਕੇ ਇਦਾਂ ਕਰਦੇ ਆ, ਪਹਿਲਾਂ ਰੀਡਿੰਗ ਦੇ ਹੈਡਿੰਗਸ ਕਰ ਲੈਂਦੇ ਆ। ਮੈਂ ਜਦੋਂ ਬ੍ਰੇਕ ਦਊਂਗੀ ਨਾ, ਐਕਚੁਅਲੀ ਇਹਨਾਂ ਦੀਆਂ ਨਾ ਆਡੀਓਜ਼ ਇੰਨੀਆਂ ਕਿ ਮੈਨੂੰ ਡਾਊਨਲੋਡ ਕਰਨੀਆਂ ਪੈਣੀਆਂ, ਫਿਰ ਇਹ ਪਲੇ ਹੁੰਦੀ ਆ। ਆਪਾਂ ਪਹਿਲਾਂ ਤੁਸੀਂ ਟੈਲੀਗ੍ਰਾਮ ਤੇ ਪਾ ਦਿਓ, ਕੋਈ ਨਹੀਂ, ਫਿਰ 3 ਮੈਪ ਇਕੱਠੇ ਨਾ ਜੁਆਇਨ ਕਰਕੇ ਅਗਰ ਹੋ ਸਕਦਾ। ਹਾਂ ਮੈਂ ਦੇਖਦੀ ਆ, ਅਗਰ ਅਦਰਵਾਈਜ਼ ਜੇ ਮੈਨੂੰ ਬ੍ਰੇਕ ਦੇ ਵਿੱਚ ਹੀ ਹੋ ਗਿਆ ਨਾ ਤਾਂ ਮੈਂ ਬ੍ਰੇਕ 'ਚ ਹੀ ਕਰ ਦੂੰਗੀ, ਦੈਨ ਫਿਰ ਆਪਾਂ ਉਹ ਕਰ ਲਾਂਗੇ, ਠੀਕ ਆ। ਮੈਮ ਵਿੱਚ ਨਾ ਕਿੰਨਾ ਕੁਛ ਦਿੱਤਾ ਹੋਵੇ ਨਾ, ਉਹ ਘਸਮਾਣਾ ਆ ਪਾਇਆ ਹੋਵੇ ਚੰਗੀ ਤਰ੍ਹਾਂ। ਬਿਲਕੁਲ ਮੈਂ ਚੈੱਕ ਕਰਦੀ ਆ, ਠੀਕ ਆ, ਫਿਰ ਮੈਂ ਤੁਹਾਨੂੰ ਕਰਵਾਉਣੀ ਆ। ਸੋ ਆਪਾਂ ਉਸ ਤੋਂ ਪਹਿਲਾਂ ਕਰਦੇ ਆ ਹੈਡਿੰਗਸ ਦੀ ਥੋੜੀ ਜਿਹੀ ਇਨਫੋਰਮੇਸ਼ਨ, ਜਾਂ ਏਦਾਂ ਕਰਦੇ ਆ 20 ਹੋ ਗਏ, ਆਪਾਂ 15 ਮਿੰਟਸ ਬ੍ਰੇਕ ਕਰਦੇ ਆ। ਹਾਂਜੀ ਉਸ ਤੋਂ ਬਾਅਦ ਹੀ ਆਪਾਂ ਲਿਸਨਿੰਗ ਕਰਦੇ ਆ, ਉਹਨਾਂ ਨੂੰ ਮੈਂ ਫਾਈਂਡ ਆਊਟ ਕਰ ਲਵਾਂ, ਜ਼ਿਆਦਾ ਟਾਈਮ ਨਹੀਂ ਲੱਗਣਾ ਹੈਗਾ, ਠੀਕ ਹੈ। ਤੇ ਆਪਾਂ 15 ਮਿੰਟਸ ਲਓ ਤੁਸੀਂ ਸਾਰੇ ਜਣੇ ਬ੍ਰੇਕ। 20 ਹੋ ਗਿਆ, 35 ਤੇ ਆਪਣੀ ਕਲਾਸ ਦੁਆਰਾ ਸਟਾਰਟ ਹੋ ਚੁੱਕੀ, ਠੀਕ ਹੈ। ਸੋ ਲੇਟ ਨਾ ਕਰਿਓ, ਲਿਸਨਿੰਗ ਹੀ ਕਰਵਾਉਂਗੀ ਉਹ 'ਚ ਪਹਿਲਾਂ, ਫਿਰ ਆਪਾਂ ਲਿਸਟ ਆਫ ਹੈਡਿੰਗਸ ਕਰਾਂਗੇ। ਓਕੇ ਸੋ ਮੈਂ ਉਹਨਾਂ ਨੂੰ ਕਰ ਲਵਾਂ ਥੋੜਾ ਜਿਹਾ ਡਾਊਨਲੋਡ ਹੋਰ। ਹਾਂਜੀ ਮੈਮ ਇੱਕ ਮਿੰਟ ਆਨਸਰ ਬੋਲ ਦੋ। ਆਨਸਰ ਹੈਗੇ ਆ ਜੀ ਤੁਹਾਡੇ, ਫਰਸਟ ਇਜ਼ H, ਹਾਂਜੀ ਸੈਕੰਡ ਇਜ਼ G, ਥਰਡ ਇਜ਼ D for doctor, ਹਾਂਜੀ fourth answer is B for boy, and fifth answer is F, multimedia. ਓਕੇ ਥੈਂਕ Okay, ਮੈਨੂੰ ਦੋ ਤੁਸੀਂ
ਲਓ 15 ਮਿੰਟਸ ਬ੍ਰੇਕ ਤੇ ਫਿਰ ਮੈਂ ਤੁਹਾਨੂੰ ਅੱਗੇ ਨੈਕਸਟ ਕਰਵਾਉਣੀ ਆ, ਠੀਕ ਆ? ਲਿਸਨਿੰਗ ਦਾ ਹੀ ਕਰਵਾਉਣੀ 35 ਤੇ ਹਾਂ join ਹੋਣਾ। 35 ਤੇ ਜੁਆਇਨ ਹੋਣਾ ਹੈ, ਜੁਆਇਨ ਹੋ ਜਾਓ, ਮਿਊਟ ਕਰਕੇ ਰੱਖਣਾ ਹੈ, ਮਿਊਟ ਕਰਕੇ ਰੱਖ ਲਓ, 15 ਮਿੰਟਸ ਬ੍ਰੇਕ ਲਓ ਬਸ ਇੱਕ ਵਾਰੀ।